ਦੀਪ ਸਿੱਧੂ ਦਾ ਇਸ ਮੋਰਚੇ ਦੇ ਵਿੱਚ ਕੀ ਭੂਮਿਕਾ ਹੈ? ਅੱਜ ਸਾਰੇ ਕਿਸਾਨ ਆਗੂ ਵੀ ਇਹੀ ਬੋਲੀ ਜਾਂਦੇ ਹੁਣ ਪੰਜਾਬ ਦੀ ਹੋਂਦ ਦੀ ਗੱਲ ਹੈ, ਪੰਜਾਬ ਦੀ ਹੋਂਦ ਦੀ ਗੱਲ ਹੈ। ਤੇ ਇਹ ਸ਼ੁਰੂ ਹੀ ਜਿਹੜਾ ਮੇਰੇ ਹਿਸਾਬ ਨਾਲ ਤਾਂ ਸ਼ੁਰੂ ਹੀ ਜਦੋਂ ਸ਼ੰਭੂ ਮੋਰਚਾ ਲੱਗਿਆ ਸੀਗਾ ਉੱਥੋਂ ਪੰਜਾਬ ਜਾਗ ਗਿਆ। MSP ਦੀ ਗੱਲ ਕਰਨੀ ਹੈ, ਦੀਪ ਸਿੱਧੂ ਹੋਰ ਤਰਫ ਨੂੰ ਗੱਲ ਕਰੀ ਜਾਂਦਾ, ਪੰਜਾਬ ਦੀ ਹੋਂਦ ਦੀ ਗੱਲ ਕਰਦਾ। ਹੁਣ ਉਹੀ ਸਾਰੀਆਂ ਗੱਲਾਂ ਜੋ ਦੀਪ ਸਿੱਧੂ ਬਾਈ ਕਰਦਾ ਸੀਗਾ ਹੁਣ ਐਸੇ ਸਟੇਜ ਤੋਂ ਹੁੰਦੀਆਂ। ਸਨੀ ਦਿਓਲ ਖਾਣਾ ਦੇ ਨਾਲ ਇਹਨਾਂ ਦੀ ਬਹੁਤ ਜ਼ਿਆਦਾ ਨੇੜਤਾ ਸੀਗੀ ਤੇ ਉਸ ਪਰਿਵਾਰ ਦੇ ਲਈ ਇਹ ਵੋਟ ਮੰਗਦੇ ਸੀਗੇ, BJP ਦੇ ਲਈ ਵੋਟ ਨਹੀਂ ਮੰਗਦੇ ਸੀਗੇ। 25 ਤਰੀਕ ਦੀ ਜਿਹੜੀ ਗੱਲ ਕਰਦੇ ਆ ਕਿ ਲੋਕਾਂ ਨੂੰ ਉੱਥੇ ਜਾਣ ਵਾਸਤੇ ਬੋਲਿਆ, ਉਹਦੀ ਸਪੀਚ ਮੈਂ ਕਹਿੰਦਾ ਮੈਂ ਤੁਹਾਡੇ ਜੋ ਤੁਸੀਂ ਬੋਲੋਗੇ ਤੁਹਾਡੀ ਜੁੱਤੀ ਮੇਰਾ ਸਿਰ। ਅਗਰ ਦੀਪ ਬਾਈ ਨੇ ਇੱਕ ਜਗ੍ਹਾ ਤੇ ਵੀ ਬੋਲਿਆ ਹੋਏ ਕਿ ਲਾਲ ਕਿਲੇ ਜਾਵਾਂਗੇ, ਆਪਾਂ ਪੰਜਾਬ ਤੋਂ ਉੱਠ ਕੇ ਦਿੱਲੀ ਦੇ ਬਾਰਡਰ ਤੇ ਆ ਗਏ ਸੀਗੇ, ਫਿਰ ਇੱਥੇ ਹੀ ਮੋਰਚਾ ਲੱਗ ਗਿਆ। ਇਸੇ ਤਰ੍ਹਾਂ ਨਾਲ ਜਦੋਂ ਦਿੱਲੀ ਦੇ ਬਾਰਡਰ ਤੋਂ ਉੱਠ ਕੇ ਲਾਲ ਕਿਲਾ ਪਹੁੰਚ ਗਏ ਸੀ, ਮੋਰਚਾ ਉੱਥੇ ਹੀ ਲੱਗ ਜਾਣਾ ਚਾਹੀਦਾ ਸੀ। ਦੀਪ ਬਾਈ ਨੇ ਵੀ ਉੱਥੇ ਬੋਲਿਆ ਜੇ ਇਸ ਮੋਰਚੇ ਦੇ ਲਈ ਲੜਾਂਗੇ ਜਾਂ ਬੋਲਾਂਗੇ ਜਾਂ ਕੁਝ ਵੀ ਕਰਾਂਗੇ ਉਹਨਾਂ ਨੇ ਹੀ ਗੱਲ ਕਰਨੀ ਨਾ। ਮੈਂ ਜਾਂ ਦੀਪ ਬਾਈ ਜਾਂ ਕੋਈ ਹੋਰ ਜਾਂ ਲੱਖਾ ਬਾਈ ਇਹ ਤੇ ਨਹੀਂ ਜਾਣ ਲੱਗੇ ਸਰਕਾਰ ਦੇ ਕੋਲ। ਅਗਰ ਜਦੋਂ ਵੀ ਗੱਲ ਬਣੀ ਇਹਨਾਂ ਨੇ ਹੀ ਅੱਗੇ ਹੋਣਾ। ਉਹੀ ਰਜਿੰਦਰਦੀਪ ਸਿੰਘ ਆਹੀ ਬੋਲਦਾ ਸੀਗਾ ਨਾ ਚੀਕ ਕੇ ਕਿ ਲਾਲ ਕਿਲੇ ਜਾਵਾਂਗੇ, ਮੋਦੀ ਦੀ ਹਿੱਕ ਤੇ ਟਰੈਕਟਰ ਚਲਾਵਾਂਗੇ, ਪਾਰਲੀਮੈਂਟ ਜਾਵਾਂਗੇ। ਔਰ ਜਦੋਂ ਹੋ ਗਿਆ ਤੇ ਉਦੋਂ ਕਹਿੰਦੇ ਕਿ ਉਹ ਜਾਣਨ ਤੇ ਸਰਕਾਰ ਜਾਣਨ। ਈਵਨ ਕਿ ਆਪਣੀ ਸਟੇਜ ਤੋਂ ਮਨਾ ਵੀ ਕਰ ਦਿੱਤਾ ਸੀ ਵੀ ਇਸ ਸਟੇਜ ਤੋਂ ਨਹੀਂ ਬੋਲੇਗਾ। ਲੱਖਾ ਸਦਾਨਾ ਬਾਰੇ ਵੀ ਕਿਹਾ ਉਹਨਾਂ ਨੇ ਕਿ ਉਹ ਇਸ ਸਟੇਜ ਤੋਂ ਨਹੀਂ ਬੋਲਣਗੇ। ਉਹਨਾਂ ਨੇ ਸਿੱਧੇ ਤੌਰ ਤੇ ਪਹਿਲੇ ਦਿਨ ਤੋਂ ਕਿਹਾ ਸੀ। ਅੱਜ ਤੱਕ ਉਹ ਇਹੀ ਬੋਲਦੇ ਨਾ, ਸਿੱਧਾ ਗੱਲ ਰੌਲਾ ਹੀ ਸਾਰਾ ਖਤਮ ਕਰ ਦੇਣ ਕਿ ਬਈ ਸਾਡੇ ਸਟੇਜ ਤੇ ਬੋਲਣਗੇ ਸਾਰੇ ਕਿਸਾਨ ਆਗੂ, ਉਹ ਸੁਣਨਗੇ ਸਿਰਫ ਕਿਸਾਨ। ਜਿਹੜਾ ਕਿਸਾਨ ਨਹੀਂ ਹੈਗਾ ਉਹ ਘਰ ਨੂੰ ਜਾਵੇ, ਗੱਲ ਹੀ ਖਤਮ ਹੋ ਜਾਏ। ਕੀ ਕਾਰਨ ਹੈ ਫਿਰ ਇਹ ਉਹਨਾਂ ਨੂੰ ਐਕਸੈਪਟ ਕਿਉਂ ਨਹੀਂ ਕਰਦੇ ਆ? ਕਿਤੇ ਈਗੋ ਦਾ ਮਸਲਾ ਹੈ ਜਾਂ ਫਿਰ ਪਪੂਲੈਰਿਟੀ ਦਾ ਮਸਲਾ ਵੀ ਉਹ ਪਪੂਲਰ ਜ਼ਿਆਦਾ ਅਸੀਂ ਘੱਟ ਹੋ ਗਏ ਹਾਂ? ਹਿਊਮਨ ਹਿਸਟਰੀ ਦਾ ਸਭ ਤੋਂ ਵੱਡਾ ਇਹ ਅੰਦੋਲਨ ਟਾਈਪ ਬਣ ਗਿਆ ਤੇ ਉਸ ਨੂੰ ਮੇਰੇ ਹਿਸਾਬ ਨਾਲ ਇਹਨਾਂ ਕੋਲ ਸਾਂਭਿਆ ਨਹੀਂ ਜਾ ਰਿਹਾ। ਤੁਸੀਂ ਮਿਲਣ ਗਏ, ਕੀ ਹਾਲ ਹੈ? ਕਿ ਉਹਨਾਂ ਦਾ ਦਿਲ ਟੁੱਟ ਚੁੱਕਿਆ ਜਾਂ ਫਿਰ ਉਹ ਅੱਜ ਵੀ ਕਿਸਾਨਾਂ ਦੇ ਨਾਲ ਹੈ, ਮੋਰਚੇ ਦੇ ਨਾਲ ਹੈ? ਮੈਂਟਲ ਟਾਰਚਰ ਹੁੰਦਾ ਉਹ ਜ਼ਿਆਦਾ ਖਤਰਨਾਕ ਹੁੰਦਾ। ਉਸ ਅੱਜ ਕੱਲ੍ਹ ਕੁੱਟਦੇ ਨਹੀਂ ਹੈ, ਤੁਹਾਨੂੰ ਸੌਣ ਹੀ ਨਾ ਦਿੱਤਾ ਜਾਵੇ, ਤੁਹਾਡੀ ਨੀਂਦ ਇੰਨੀ ਹੋ ਜਾਂਦੀ ਤੁਸੀਂ ਕਹਿੰਦੇ ਯਾਰ ਲਿਖਵਾ ਲਓ ਮੇਰੇ ਕੋਲ ਜੋ ਲਿਖਵਾਉਣਾ। ਦੋਸਤੋ, ਅੱਜ ਪੂਰੀ ਦੁਨੀਆ ਦੇ ਵਿੱਚ ਗੱਲ ਹੁੰਦੀ ਹੈ ਕਿਸਾਨ ਸੰਯੁਕਤ ਮੋਰਚੇ ਦੀ, ਯਾਨੀ ਕਿ ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜੀ ਜੰਗ ਚੱਲ ਰਹੀ ਹੈ ਉਸ ਦੀ ਗੱਲ ਹੁੰਦੀ ਹੈ। ਇਸ ਦੇ ਇੱਕ ਨਾਇਕ ਸੀ ਦੀਪ ਸਿੱਧੂ, ਨਾਇਕ ਹਨ ਦੀਪ ਸਿੱਧੂ। ਸੋ ਉਹਨਾਂ ਬਾਰੇ ਗੱਲ ਕਰਾਂਗੇ ਤੇ ਉੱਥੇ ਇੱਕ ਨਾਮ ਹੋਰ ਨਿਕਲ ਕੇ ਸਾਹਮਣੇ ਆਉਂਦਾ, ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਕਲਾਕਾਰ, ਮਸ਼ਹੂਰ ਐਕਟਰ ਦਲਜੀਤ ਕਲਸੀ, ਜੋ ਕਿ ਪਹਿਲੇ ਦਿਨ ਤੋਂ ਹੀ ਇਸ ਮੋਰਚੇ ਦੇ ਨਾਲ ਦੀਪ ਸਿੱਧੂ ਦੇ ਨਾਲ ਜੁੜੇ ਹੋਏ ਸਨ ਤੇ ਹਰੇਕ ਉਤਾਰ ਚੜ੍ਹਾਅ ਜਿਹੜਾ ਹੈ ਇਹਨਾਂ ਨੇ ਆਪ ਦੇਖਿਆ, ਆਪ ਉਸ ਉਤਾਰ ਚੜ੍ਹਾਅ ਦੇ ਗਵਾਹ ਰਹੇ। ਤੇ ਉੱਥੇ ਤੁਹਾਨੂੰ ਦੱਸ ਦਈਏ ਕਿ ਅੱਜ ਦੀਪ ਸਿੱਧੂ ਜੇਲ੍ਹ 'ਚ ਨੇ ਤੇ ਉੱਥੇ ਵੀ ਉਹਨਾਂ ਦੇ ਨਾਲ ਮੁਲਾਕਾਤ ਹੁੰਦੀ ਹੈ ਤੇ ਜਾ ਕੇ ਆਏ ਆ, ਮਿਲ ਕੇ ਆਏ ਆ। ਅਗਲੀ ਕੀ ਰਣਨੀਤੀ ਹੈ ਉਸ ਬਾਰੇ ਵੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਮਿਲਾ ਦਈਏ ਅਸੀਂ ਦਲਜੀਤ ਕਲਸੀ ਦੇ ਨਾਲ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿਸ ਤਰ੍ਹਾਂ ਕਿ ਤੁਸੀਂ ਪਹਿਲੇ ਦਿਨ ਤੋਂ ਹੀ ਇਸ ਮੋਰਚੇ ਦੇ ਨਾਲ ਜੁੜੇ ਹੋਏ ਹੋ, ਸ਼ੰਭੂ ਜਦੋਂ ਮੋਰਚਾ ਲੱਗਿਆ ਉਦੋਂ ਹੀ ਤੁਸੀਂ ਪਹਿਲੀ ਸਪੀਚ ਵੀ ਤੁਸੀਂ ਦਿੱਤੀ, ਉਸ ਵਕਤ ਦੀਪ ਸਿੱਧੂ ਦੇ ਨਾਲ ਜੁੜੇ ਹੋਏ ਹੋ। ਮੈਂ ਸਿੱਧਾ ਹੀ ਸਵਾਲ ਕਰਨਾ ਚਾਹਾਂਗਾ ਕਿ ਦੀਪ ਸਿੱਧੂ ਦਾ ਇਸ ਮੋਰਚੇ ਦੇ ਵਿੱਚ ਕੀ ਭੂਮਿਕਾ ਹੈ? ਮੇਰੇ ਕੋਲ ਪੁੱਛੋਗੇ ਤਾਂ ਅੱਜ ਅਗਰ ਕਿਸਾਨ ਆਗੂ ਜਿਹੜੇ ਹੈਗੇ ਆ ਪੰਜਾਬ ਦੀ ਹੋਂਦ ਦੀ ਗੱਲ ਕਰਦੇ ਆ, ਇਹ ਪੰਜਾਬ ਦੀ ਹੋਂਦ ਵਰਡ ਹੀ ਦੀਪ ਸਿੱਧੂ ਦਾ ਯੂਜ਼ ਕੀਤਾ ਹੋਇਆ। ਸ਼ੰਭੂ ਮੋਰਚੇ ਤੋਂ ਇਹ ਵਰਡ ਨਿਕਲਿਆ ਹੋਇਆ। ਅੱਜ ਸਾਰੇ ਕਿਸਾਨ ਆਗੂ ਵੀ ਇਹੀ ਬੋਲੀ ਜਾਂਦੇ ਹੁਣ ਪੰਜਾਬ ਦੀ ਹੋਂਦ ਦੀ ਗੱਲ ਹੈ, ਪੰਜਾਬ ਦੀ ਹੋਂਦ ਦੀ ਗੱਲ ਹੈ। ਤੇ ਇਹ ਸ਼ੁਰੂ ਹੀ ਜਿਹੜਾ ਮੇਰੇ ਹਿਸਾਬ ਨਾਲ ਤਾਂ ਸ਼ੁਰੂ ਹੀ ਜਦੋਂ ਸ਼ੰਭੂ ਮੋਰਚਾ ਲੱਗਿਆ ਸੀਗਾ ਉੱਥੋਂ ਪੰਜਾਬ ਜਾਗ ਗਿਆ। ਕਿਸਾਨਾਂ ਦਾ ਵੱਡਾ ਯੋਗਦਾਨ ਹੈ। ਹਮੇਸ਼ਾ ਦੀਪ ਸਿੱਧੂ ਭਾਜੀ ਨੇ ਵੀ ਆਹੀ ਬੋਲਿਆ ਕਿ ਕਿਸਾਨ ਸਾਡੇ ਬਜ਼ੁਰਗ ਨੇ, ਸਾਡੇ ਲੀਡਰ ਨੇ, ਉਹੀ ਅੱਗੇ ਲੱਗਣ। ਉਹਨਾਂ ਨੇ ਇਸ ਨੂੰ ਸਿਰਜਿਆ ਸਾਰੇ ਅੰਦੋਲਨ ਨੂੰ। ਲੇਕਿਨ ਪੰਜਾਬ ਜਗਾਉਣ ਦੇ ਵਿੱਚ ਦੀਪ ਸਿੱਧੂ ਦਾ ਬਹੁਤ ਵੱਡਾ ਹੱਥ ਸੀਗਾ। ਪਰ ਕਿਸਾਨ ਜਥੇਬੰਦੀਆਂ ਨੇ ਤਾਂ ਇੱਕ ਵਾਰ ਉਹਨਾਂ ਨੂੰ ਬੋਲਣ ਤੋਂ ਵੀ ਮਨਾ ਕਰਤਾ ਤੇ ਸਿੱਧੇ ਤੌਰ 'ਤੇ ਇਹ ਵੀ ਕਹਿ ਦਿੱਤਾ ਸੀ ਕਿ ਸਾਡਾ ਕੋਈ ਮਤਲਬ ਨਹੀਂ ਹੈ ਉਸ ਦੀਪ ਸਿੱਧੂ ਦੇ ਨਾਲ, ਤੇ ਇਹ ਤਾਂ ਸਰਕਾਰ ਦਾ ਬੰਦਾ। ਹੁਣ ਜੋ ਕੁਝ ਹੁਣ ਹੁੰਦਾ ਪਿਆ ਮੈਨੂੰ ਤਾਂ ਉਲਟਾ ਲੱਗਦਾ ਪਿਆ ਕਿ ਇਹ ਲੋਕ ਸਰਕਾਰ ਦੀ ਬੋਲੀ ਜਾਂਦੇ ਆ। ਪਹਿਲਾਂ ਬੋਲਦੇ ਸੀਗੇ ਕਿ ਆ ਦੀਪ ਸਿੱਧੂ, ਆਪਾਂ ਤਾਂ MSP ਦੀ ਗੱਲ ਕਰਨੀ ਆ, ਦੀਪ ਸਿੱਧੂ ਹੋਰ ਤਰਫ ਨੂੰ ਗੱਲ ਕਰੀ ਜਾਂਦਾ, ਪੰਜਾਬ ਦੀ ਹੋਂਦ ਦੀ ਗੱਲ ਕਰਦਾ। ਹੁਣ ਉਹੀ ਸਾਰੀਆਂ ਗੱਲਾਂ ਜੋ ਦੀਪ ਸਿੱਧੂ ਬਾਈ ਕਰਦਾ ਸੀਗਾ ਹੁਣ ਐਸੇ ਸਟੇਜ ਤੋਂ ਹੁੰਦੀਆਂ ਤੇ ਹੁਣ ਉਲਟੀ ਗੱਲ ਹੋ ਗਈ। ਹੁਣ ਇਹ BJP ਦੇ ਹੋ ਗਏ। ਹੁਣ ਮਤਲਬ ਇਹ ਤਾਂ ਦੇਖਣ ਵਾਲੀ ਗੱਲ ਹੈ।
ਨਹੀਂ, ਉਹਨਾਂ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਕਿ ਵੱਖਵਾਦ ਦੀ ਗੱਲ ਹੋ ਜਾਂਦੀ ਹੈ ਜਾਂ ਖਾਲਿਸਤਾਨ ਦੀ ਗੱਲ ਹੋ ਜਾਂਦੀ ਹੈ ਵੀ ਸ਼ਾਇਦ ਦੀਪ ਸਿੱਧੂ ਉਹਨੂੰ ਪ੍ਰਮੋਟ ਕਰਦਾ। ਫਿਰ ਬਾਅਦ ਦੇ ਵਿੱਚ ਕਿਹਾ ਗਿਆ ਕਿ ਇਹ ਤਾਂ ਬੀਜੇਪੀ ਦਾ ਬੰਦਾ, ਕਿਉਂਕਿ ਸੰਨੀ ਦਿਓਲ ਦੇ ਨਾਲ ਉਹਨਾਂ ਨੇ ਜਿਹੜਾ ਹੈ ਰਿਸ਼ਤੇ ਦੀ ਵੀ ਗੱਲ ਕੀਤੀ ਕਿ ਰਿਸ਼ਤਾ ਹੈ, ਕਜ਼ਨ ਹੈ, ਜਾਂ ਫਿਰ ਉਹਨਾਂ ਦਾ ਜਿਹੜਾ ਹੈ ਪੋਲੀਟੀਕਲ ਐਡਵਾਈਜ਼ਰ ਹੈ। ਇਸ ਤਰ੍ਹਾਂ ਦੀ ਸਾਰੀਆਂ ਗੱਲਾਂ ਆਈਆਂ ਨਾ। ਨਹੀਂ, ਉਹ ਤਾਂ ਦੇਖੋ ਉਹਦੇ ਉੱਤੇ ਤੇ ਕਈ ਵਾਰੀ 50 ਵਾਰੀ ਮੇਰੇ ਖਿਆਲ ਦੀਪ ਬਾਈ ਆਪ ਉਸ ਦੇ ਲਈ ਬੋਲ ਚੁੱਕੇ ਆ, ਮੈਂ ਵੀ ਕਈ ਵਾਰੀ ਬੋਲ ਚੁੱਕਿਆ ਵਾਂ। ਉਹ ਤਾਂ ਸਾਰਿਆਂ ਦੀ ਹੀ ਇਨਵੋਲਵਮੈਂਟ ਸੀਗੀ ਕਿਸੇ ਨਾ ਕਿਸੇ ਦੇ ਜਗ੍ਹਾ 'ਤੇ। ਮੈਂ ਵੀ ਦਿੱਲੀ ਦੇ ਜਿਹੜੇ ਸੀਐਮ ਹੁੰਦੇ ਸੀਗੇ ਸਾਹਿਬ ਸਿੰਘ ਵਰਮਾ ਸਾਹਿਬ, ਉਹਨਾਂ ਨਾਲ ਬਹੁਤ ਮੇਰੀ ਨੇੜਤਾ ਸੀਗੀ, ਪਰ ਮੈਂ ਬੀਜੇਪੀ ਦੇ ਨਾਲ ਮੇਰੀ ਨੇੜਤਾ ਨਹੀਂ ਸੀਗੀ। ਉਹ ਇੱਕ ਲੀਡਰ ਸੀਗੇ, ਅੱਛੇ ਲੀਡਰ ਸੀਗੇ, ਮੇਰੀ ਉਹਨਾਂ ਨੇ ਬਹੁਤ ਹੈਲਪ ਕੀਤੀ, ਮੈਂ ਵੀ ਉਹਨਾਂ ਦੇ ਨਾਲ ਖੜਾ ਹੁੰਦਾ ਸੀਗਾ। ਜਾਂ ਮੈਂ ਕਾਂਗਰਸ ਦੇ ਵੀ ਕਈ ਲੀਡਰਾਂ ਦੇ ਨਾਲ ਖੜਾ ਹੁੰਦਾ ਵਾ। ਅਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਕਾਂਗਰਸ ਨੂੰ ਸਪੋਰਟ ਕਰਦਾ ਜਾਂ ਬੀਜੇਪੀ ਨੂੰ ਸਪੋਰਟ ਕਰਦਾ। ਉਸੇ ਤਰ੍ਹਾਂ ਨਾਲ ਦੀਪ ਬਾਈ ਵੀ ਉਸ ਸਮੇਂ ਸਨੀ ਦਿਓਲ ਹਣਾ ਦੇ ਨਾਲ ਇਹਨਾਂ ਦੀ ਬਹੁਤ ਜ਼ਿਆਦਾ ਨੇੜਤਾ ਸੀਗੀ, ਅਤੇ ਉਸ ਪਰਿਵਾਰ ਦੇ ਲਈ ਇਹ ਵੋਟ ਮੰਗਦੇ ਸੀਗੇ, ਬੀਜੇਪੀ ਦੇ ਲਈ ਵੋਟ ਨਹੀਂ ਮੰਗਦੇ ਸੀਗੇ। ਲੇਕਿਨ ਜਦੋਂ ਇਹ ਲੋਕ ਅੰਦਰ ਹੋਏ, ਅੰਦਰ ਜਾ ਕੇ ਜਦੋਂ ਬੀਜੇਪੀ ਨੂੰ ਨੇੜਿਓਂ ਵੇਖਿਆ, ਉਸ ਦੀ ਆਈਡੀਓਲੋਜੀ ਨਹੀਂ ਸਮਝ ਆਈ, ਫਿਰ ਦੂਰ ਵੀ ਹੋ ਗਏ। ਇਸ ਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈਗੀ। ਸ਼ੰਭੂ ਦੇ ਵਿੱਚ ਲੰਬਾ ਅਰਸਾ ਜਿਹੜਾ ਹੈ ਉਹਨਾਂ ਦਾ ਮੋਰਚਾ ਲੱਗਿਆ ਰਿਹਾ, ਚਾਹੇ ਇੱਕ ਪਾਸੇ ਲੱਗਿਆ ਰਿਹਾ, ਅਤੇ ਕਿਸਾਨਾਂ ਦੇ ਹੱਕ ਦੇ ਵਿੱਚ ਬੋਲਦੇ ਰਹੇ, ਬਾਵਜੂਦ ਇਸ ਦੇ ਕਿ ਉਹਨਾਂ ਨੂੰ ਖਿਲਾਫਤ ਵੀ ਝੇਲਣੀ ਪਈ ਇਸ ਚੀਜ਼ ਦੀ। ਅਤੇ ਅੱਜ ਉਹ ਜੇਲ੍ਹ ਦੇ ਵਿੱਚ ਹੈ। ਕਿਹਾ ਜਾਂਦਾ ਵੀ 26 ਤਰੀਕ ਦੀ ਜਿਹੜਾ ਉਹ ਘਟਨਾਕ੍ਰਮ ਵਾਪਰਿਆ, ਉਸ ਦੇ ਮੁੱਖ ਜਿਹੜੇ ਹੈਗੇ ਆ, ਕਹਿ ਲਈਏ ਕਿ ਉਹ ਦੀਪ ਸਿੱਧੂ ਨੂੰ ਕਿਹਾ ਜਾ ਰਿਹਾ। ਨਹੀਂ, ਦੀਪ ਸਿੱਧੂ ਬਾਈ ਨੂੰ ਤਾਂ ਫਰੇਮ ਕੀਤਾ ਜਾ ਰਿਹਾ। ਮਤਲਬ ਇਹ ਇੰਨੀ ਵੱਡੀ ਆਗੂਆਂ ਦੀ ਤਰਫੋਂ ਦੀ ਮੈਂ ਵੀ ਕਦੀ ਵੀ ਨੈਗੇਟਿਵ ਨਹੀਂ ਬੋਲਿਆ, ਮੈਂ ਤਾਂ ਬੋਲਿਆ ਹੀ ਬਹੁਤ ਘੱਟ। ਹੁਣ ਦੀਪ ਬਾਈ ਅੰਦਰ ਆ ਤਾਂ ਕਰਕੇ ਮਜਬੂਰੀ ਹੋ ਗਈ, ਬੋਲਣਾ ਪੈਂਦਾ ਪਿਆ ਕਿ ਅਸੀਂ ਨਾ ਦੀਪ ਬਾਈ ਕਦੀ ਆਗੂਆਂ ਦੇ ਖਿਲਾਫ ਬੋਲੇ। ਈਵਨ 25 ਤਰੀਕ ਦੀ ਜਿਹੜੀ ਗੱਲ ਕਰਦੇ ਆ ਕਿ ਲੋਕਾਂ ਨੂੰ ਉੱਥੇ ਜਾਣ ਵਾਸਤੇ ਬੋਲਿਆ, ਉਹਦੀ ਸਪੀਚ, ਮੈਂ ਕਹਿੰਦਾ ਮੈਂ ਤੁਹਾਡੇ ਜੋ ਤੁਸੀਂ ਬੋਲੋਗੇ ਤੁਹਾਡੀ ਜੁੱਤੀ ਮੇਰਾ ਸਿਰ। ਅਗਰ ਦੀਪ ਬਾਈ ਨੇ ਇੱਕ ਜਗ੍ਹਾ 'ਤੇ ਵੀ ਬੋਲਿਆ ਹੋਏ ਕਿ ਲਾਲ ਕਿਲ੍ਹੇ ਜਾਵਾਂਗੇ, ਉਹਨੇ ਤਾਂ ਉਲਟਾ ਇਹ ਵੀ ਬੋਲਿਆ ਕਿ ਬਈ ਕਿ ਜੇ ਸਾਡੇ ਬਜ਼ੁਰਗਾਂ ਵੱਲ, ਸਾਡੇ ਆਗੂਆਂ ਵੱਲ ਕਿਸੇ ਨੇ ਮਾੜੀ ਨਜ਼ਰ ਕੀਤੀ ਤਾਂ ਅਸੀਂ ਛਾਤੀਆਂ ਡਾ ਦਾਂਗੇ। ਉਹਦਾ ਗਲਾ ਭਰ ਆਇਆ ਸੀ ਬੋਲਦੇ ਹੋਏ, ਆਲਮੋਸਟ ਰੋਂਦਾ ਪਿਆ ਸੀ ਬੰਦਾ। ਉਹਨੇ ਤਾਂ ਬੋਲਿਆ ਹੀ ਨਹੀਂ ਜਾਣ ਵਾਸਤੇ। ਇਹ ਸਾਡੀ ਬੇਵਕੂਫੀ ਸੀਗੀ। ਇਹ ਅਗਰ ਮੋਰਚਾ ਜਦੋਂ ਜਿਸ ਤਰ੍ਹਾਂ ਆਪਾਂ ਪੰਜਾਬ ਤੋਂ ਉੱਠ ਕੇ ਦਿੱਲੀ ਦੇ ਬਾਰਡਰ 'ਤੇ ਆ ਗਏ ਸੀਗੇ, ਫਿਰ ਇੱਥੇ ਹੀ ਮੋਰਚਾ ਲੱਗ ਗਿਆ। ਇਸੇ ਤਰ੍ਹਾਂ ਨਾਲ ਜਦੋਂ ਦਿੱਲੀ ਦੇ ਬਾਰਡਰ ਤੋਂ ਉੱਠ ਕੇ ਲਾਲ ਕਿਲ੍ਹਾ ਪਹੁੰਚ ਗਏ ਸੀ, ਮੋਰਚਾ ਉੱਥੇ ਹੀ ਲੱਗ ਜਾਣਾ ਚਾਹੀਦਾ ਸੀ। ਉਹ ਦੀਪ ਬਾਈ ਨੇ ਵੀ ਉੱਥੇ ਬੋਲਿਆ, ਉਹਦੀਆਂ ਸਪੀਚਾਂ ਸੁਣ ਲਿੱਤੀਆਂ ਜਾਣ ਭਾਵੇਂ। ਉਸਨੇ ਇਹੀ ਬੋਲਿਆ ਕਿ ਹੁਣ ਆਗੂ ਆਉਣ ਅਤੇ ਅੱਗੇ ਦੀ ਰਣਨੀਤੀ ਦੱਸਣ। ਅਗਰ ਉੱਥੇ ਹੀ ਮੋਰਚਾ ਲੱਗ ਗਿਆ ਹੁੰਦਾ ਅਤੇ ਅੱਜ ਹਾਲਾਤ ਇਹ ਨਹੀਂ ਹੁੰਦੇ, ਅੱਜ ਮੁੰਡੇ ਜੇਲ੍ਹਾਂ 'ਚ ਨਹੀਂ ਹੁੰਦੇ, ਅੱਜ ਦੀਪ ਬਾਈ ਵੀ ਅੰਦਰ ਨਹੀਂ ਹੁੰਦਾ। ਲੇਕਿਨ ਆਗੂਆਂ ਨੂੰ ਕੋਈ ਇਨਸਿਕਿਉਰਿਟੀ ਹੈ ਜਾਂ ਕੀ ਹੈ ਮੈਨੂੰ ਨਹੀਂ ਪਤਾ, ਪਰ ਇਹ ਬੇਵਕੂਫੀ ਸੀਗੀ। ਆਗੂਆਂ ਨੇ ਨਵਰੀਤ ਦੀ ਸ਼ਹਾਦਤ ਨੂੰ ਵੀ ਕਬੂਲ ਨਹੀਂ ਕੀਤਾ। ਉਹ ਇੱਕ ਇੰਨਾ ਸੋਹਣਾ ਸੁਨੱਖਾ ਮੁੰਡਾ, ਮੈਂ ਕਹਿੰਦਾ ਸ਼ਾਇਦ ਉਹਦੇ ਮਾਂ ਪਿਓ ਉਸ ਦੇ ਵੱਲ ਪੂਰੀ ਨਜ਼ਰ ਭਰ ਕੇ ਵੇਖਦੇ ਨਹੀਂ ਹੋਣੇ ਕਿ ਯਾਰ ਸਾਡੀ ਕਿਤੇ ਨਜ਼ਰ ਨਾ ਲੱਗ ਜੇ ਇਹਨੂੰ। ਜਿਹੜਾ ਆਸਟ੍ਰੇਲੀਆ ਦੇ ਵਿੱਚ ਆਪਣੀ ਜ਼ਿੰਦਗੀ ਜੀ ਰਿਹਾ ਸੀਗਾ, ਜਵਾਨ ਬੰਦਾ, ਥੋੜ੍ਹੇ ਟਾਈਮ ਪਹਿਲਾਂ ਜਿਹਦਾ ਵਿਆਹ ਹੋਇਆ, ਜਿਸ ਦੇ ਮੂੰਹ 'ਤੇ ਗੋਲੀ ਮਾਰ ਦਿੱਤੀ ਗਈ, ਉਸ ਦੀ ਸ਼ਹਾਦਤ ਨੂੰ ਕਬੂਲਿਆ ਹੀ ਨਹੀਂ। ਉਹਦੇ ਉੱਥੇ ਪਿੰਡ ਕੋਈ ਗਿਆ ਹੀ ਨਹੀਂ। ਅਤੇ ਇਹ ਇੰਨੀਆਂ ਬੇਵਕੂਫੀਆਂ ਵਾਲੀ ਗੱਲਾਂ ਸੀਗੀਆਂ, ਮੇਰੇ ਦਿਲੋਂ ਵੀ ਉਤਰ ਗਏ। ਮੈਂ ਮਤਲਬ ਜਿੱਦਾਂ ਮੈਂ ਬੋਲਿਆ ਕਿ ਮੈਂ ਬੋਲਣਾ ਚਾਹੁੰਦਾ ਨਹੀਂ ਸੀਗਾ, ਲੇਕਿਨ ਹੁਣ ਹਾਲੇ ਵੀ ਸਾਡੇ ਲੀਡਰ ਤਾਂ ਉਹੀ ਨੇ। ਜੇ ਇਸ ਮੋਰਚੇ ਦੇ ਲਈ ਲੜਾਂਗੇ ਜਾਂ ਬੋਲਾਂਗੇ ਜਾਂ ਕੁਛ ਵੀ ਕਰਾਂਗੇ, ਉਹਨਾਂ ਨੇ ਹੀ ਗੱਲ ਕਰਨੀ ਨਾ। ਮੈਂ ਜਾਂ ਦੀਪ ਬਾਈ ਜਾਂ ਕੋਈ ਹੋਰ ਜਾਂ ਲੱਖਾ ਬਾਈ ਇਹ ਤਾਂ ਨਹੀਂ ਜਾਣ ਲੱਗੇ ਸਰਕਾਰ ਦੇ ਕੋਲ। ਅਗਰ ਜਦੋਂ ਵੀ ਗੱਲ ਬਣੀ, ਇਹਨਾਂ ਨੇ ਹੀ ਅੱਗੇ ਹੋਣਾ। ਪਰ ਇਹਨਾਂ ਤੋਂ ਸਾਨੂੰ ਨਾਰਾਜ਼ਗੀ ਜ਼ਰੂਰ ਹੈ ਕਿ ਜਦ ਲਾਲ ਕਿਲ੍ਹੇ ਜਾਣ ਦੀ ਗੱਲ ਹੋਈ ਤਾਂ ਇਹਨਾਂ ਦੇ ਸਟੇਜਾਂ ਤੋਂ ਹੀ ਹੋਈ। ਉਹੀ ਰਜਿੰਦਰਦੀਪ ਸਿੰਘ ਆਹੀ ਬੋਲਦਾ ਸੀਗਾ ਨਾ ਚੀਖ ਚੀਖ ਕੇ ਕਿ ਲਾਲ ਕਿਲ੍ਹੇ ਜਾਵਾਂਗੇ, ਮੋਦੀ ਦੀ ਹਿੱਕ 'ਤੇ ਟਰੈਕਟਰ ਚਲਾਵਾਂਗੇ, ਪਾਰਲੀਮੈਂਟ ਜਾਵਾਂਗੇ। ਔਰ ਜਦੋਂ ਹੋ ਗਿਆ ਤੇ ਉਦੋਂ ਕਹਿੰਦੇ ਕਿ ਉਹ ਜਾਣਨ ਤੇ ਸਰਕਾਰ ਜਾਣਨ। ਉਹਨਾਂ ਦਾ ਇਹ ਕਹਿਤਾ ਕਿ ਉਹ ਕੋਈ ਕਿਸੇ ਵੀ ਵਿਅਕਤੀ ਨਾਲ ਸਾਡਾ ਕੋਈ ਤਾਲੁਕ ਨਹੀਂ ਜਿਹੜਾ ਇਸ ਤੋਂ ਬਾਹਰ ਨਿਕਲਿਆ, ਕਿਉਂਕਿ ਅਸੀਂ ਤਾਂ ਸਿਰਫ ਇੱਕ ਮਾਰਚ ਕਰਨਾ ਸੀ, ਉਹ ਟਰੈਕਟਰ ਮਾਰਚ ਸੀ। ਨਹੀਂ, ਮਾਰਚ ਉਹ ਵੀ ਬੇਵਕੂਫੀ ਸੀਗੀ। ਬੇਵਕੂਫੀ ਮਤਲਬ ਤੁਸੀਂ ਬੁਲਾਈ ਜਾ ਰਹੇ ਹੋ, ਇੱਕ ਹਫ਼ਤਾ ਪਹਿਲਾਂ ਟਰੈਕਟਰ ਆਉਣੇ ਸ਼ੁਰੂ ਹੋ ਗਏ, ਲੱਖਾਂ ਦੇ ਵਿੱਚ ਟਰੈਕਟਰ ਆ ਗਏ। ਤੁਸੀਂ ਇੱਥੇ ਪੁਲਿਸ ਦੇ ਨਾਲ ਜਿਹੜਾ ਐਗਰੀਮੈਂਟ ਕਰ ਗਏ, ਉਹ 'ਤੇ 5000 ਟਰੈਕਟਰ ਲਿਖੇ ਹੋਏ। ਤੁਹਾਨੂੰ ਪਤਾ ਸੀਗਾ ਕਿ ਇੰਨੇ ਲੱਖਾਂ ਦੇ ਵਿੱਚ ਆ ਰਹੇ ਆ ਟਰੈਕਟਰ। ਇੱਕ ਦਿਨ ਪਹਿਲਾਂ ਦੀ ਰਜਿੰਦਰਦੀਪ ਸਿੰਘ ਦੀ ਜਿਹੜੀ ਸਪੀਚ ਆ, ਉਹਦੇ ਵਿੱਚ ਵੀ ਉਹ ਕਹਿ ਰਿਹਾ ਕਿ ਆਹ ਕਰ ਦਿਆਂਗੇ, ਫਲਾਨ ਕਰ ਦਿਆਂਗੇ। ਅਤੇ ਅਗਰ ਇਹ ਗਲਤੀ ਹੋਈ ਸੀ, ਰਾਜੇਵਾਲ ਸਾਹਿਬ ਅਗਰ ਇਹ ਕਹਿ ਦਿੰਦੇ ਕਿ ਯਾਰ ਸਾਡੇ ਕੋਲ ਗਲਤੀ ਹੋਈ, ਸਾਨੂੰ ਇਸ ਮੰਥਨ ਵਿੱਚੋਂ ਦੀ ਇਹ ਨਿਕਲਿਆ ਕਿ ਸਾਡੀ ਆਹ ਗਲਤੀ ਹੈ, ਅਤੇ ਇਹਦੇ ਨਾਲੋਂ ਛੋਟੇ ਨਹੀਂ ਹੋ ਜਾਂਦੇ ਸੀਗੇ, ਇਹਦੇ ਨਾਲੋਂ ਗਲਤ ਨਹੀਂ ਹੋ ਜਾਂਦੇ ਸੀਗੇ, ਇਹਦੇ ਨਾਲ ਹੋਰ ਵੱਡੇ ਹੋ ਜਾਂਦੇ ਸੀਗੇ। ਅਗਰ ਕੋਈ ਬੰਦਾ ਆਪਣੀ ਗਲਤੀ ਮੰਨ ਲਵੇ, ਇਹ ਗਲਤੀ ਹੈਗੀ, ਇਹ ਤਾਂ ਸਭ ਨੂੰ ਪਤਾ।
ਇਹ ਜਿੰਨੀਆਂ ਜਥੇਬੰਦੀਆਂ ਵੀ ਨੇ, ਆਪਾਂ ਇਕੱਲੇ ਨਾਲ ਵੀ ਗੱਲ ਕਰਦੇ ਹਾਂ, ਉਹ ਕਹਿੰਦੇ ਯਾਰ ਇਹ ਗਲਤੀ ਹੈਗੀ ਹੈ। ਆਪਣੇ ਮੁੰਡਿਆਂ ਦੇ ਨਾਲ ਖੜੇ ਹੋਣਾ ਚਾਹੀਦਾ ਸੀਗਾ, ਦੀਪ ਸਿੱਧੂ ਬਾਈ ਦੇ ਨਾਲ ਖੜੇ ਹੋਣਾ ਚਾਹੀਦਾ ਸੀਗਾ, ਲੱਖੇ ਬਾਈ ਦੇ ਨਾਲ ਖੜਾ ਹੋਣਾ ਚਾਹੀਦਾ ਸੀਗਾ। ਮੈਂ ਸੁਣਿਆ ਕੱਲ ਵੀ ਰਾਜੇਵਾਲ ਸਾਹਿਬ ਨੇ, ਉਹਨਾਂ ਨੂੰ ਪੁੱਛਿਆ ਗਿਆ ਕਿ ਲੱਖੇ ਬਾਈ ਬਾਰੇ, ਤੇ ਉਹ ਕਹਿੰਦਾ ਹੂ ਇਜ਼ ਲੱਖਾ। ਯਾਰ ਇਹ ਕੋਈ ਗੱਲ ਹੈ? ਨਹੀਂ, ਇਹ ਦੀਪ ਸਿੱਧੂ ਨੂੰ ਵੀ ਕਿਹਾ ਕਿ ਦੀਪ ਸਿੱਧੂ ਨਾਲ ਵੀ ਸਾਡਾ ਕੋਈ ਤਾਲੁਕ ਨਹੀਂ ਹੈ, ਈਵਨ ਕਿ ਆਪਣੀ ਸਟੇਜ ਤੋਂ ਮਨਾ ਵੀ ਕਰ ਦਿੱਤਾ ਸੀ ਵੀ ਇਸ ਸਟੇਜ ਤੋਂ ਨਹੀਂ ਬੋਲੇਗਾ। ਲੱਖਾ ਸਦਾਨਾ ਬਾਰੇ ਵੀ ਕਿਹਾ ਉਹਨਾਂ ਨੇ ਕਿ ਉਹ ਇਸ ਸਟੇਜ ਤੋਂ ਨਹੀਂ ਬੋਲਣਗੇ, ਉਹਨਾਂ ਨੇ ਸਿੱਧੇ ਤੌਰ ਤੇ ਪਹਿਲੇ ਦਿਨ ਤੋਂ ਕਿਹਾ ਸੀ। ਨਹੀਂ, ਅੱਜ ਤੱਕ ਉਹ ਇਹੀ ਬੋਲਦੇ ਨਾ, ਸਿੱਧਾ ਗੱਲ ਰੌਲਾ ਹੀ ਸਾਰਾ ਖਤਮ ਕਰ ਦੇਣ ਕਿ ਬਈ ਸਾਡੇ ਸਟੇਜ ਤੇ ਬੋਲਣਗੇ ਸਾਰੇ ਕਿਸਾਨ ਆਗੂ, ਉਹ ਸੁਣਨਗੇ ਸਿਰਫ ਕਿਸਾਨ, ਜਿਹੜਾ ਕਿਸਾਨ ਨਹੀਂ ਹੈਗਾ ਉਹ ਘਰ ਨੂੰ ਜਾਵੇ, ਗੱਲ ਹੀ ਖਤਮ ਹੋ ਜਾਏ। ਰੌਲਾ ਹੀ ਕਿਸ ਗੱਲ ਦਾ? ਕਦੀ ਕੋਈ ਕਹਿ ਰਿਹਾ ਕਿ ਜੋ ਸਿੰਗਰਾਂ ਕਰਕੇ ਲੋਕ ਆਏ ਨੇ, ਕਦੀ ਐਕਟਰ ਕਰਕੇ ਆਏ ਨੇ, ਕਦੀ ਕਿਸਾਨ ਆਗੂ ਕਹਿੰਦੇ ਸਾਡੇ ਕਰਕੇ ਆਏ ਆ। ਯਾਰ ਤੁਹਾਡੇ ਕਰਕੇ ਹੈਗੇ ਨਾ, ਅਸੀਂ ਤਾਂ ਸਾਰੇ ਜਿੰਨੇ ਵੀ ਲੱਗੇ ਹੋਏ ਆ, ਭਾਵੇਂ ਉਹ ਜਸ ਬਾਜਵਾ ਹੈਗੇ, ਰਣਜੀਤ ਬਾਵਾ ਭਾਜੀ ਹੈਗੇ ਨੇ, ਸਿੱਧੂ ਹੈਗੇ ਆ, ਜਾਂ ਬੱਬੂ ਮਾਨ ਭਾਜੀ ਹੈਗੇ, ਸਾਰੇ ਲੱਗੇ ਤਾਂ ਇਹਨਾਂ ਦੀ ਹੈਲਪ ਕਰਨ ਨੂੰ ਹੈ, ਪਰ ਇਹ ਇਹੋ ਜਿਹੀ ਗੱਲਾਂ ਕਰਦੇ ਆ। ਕਾਰਨ ਕੀ ਲੱਗਦਾ ਤੁਹਾਨੂੰ ਕਿ ਤੁਸੀਂ ਬਤੌਰ ਪੰਜਾਬੀ ਐਕਟਰ ਤੁਸੀਂ ਵੀ ਸਟੇਜਾਂ 'ਤੇ ਜਾ ਕੇ ਬੋਲ ਰਹੇ ਹੋ, ਬੱਬੂ ਮਾਨ ਦੀ ਤੁਸੀਂ ਗੱਲ ਕਰਦੇ ਹੋ, ਜਸ ਬਾਜਵਾ ਦੀ, ਰਣਜੀਤ ਬਾਵਾ ਦੀ, ਕਈਆਂ ਦੀ ਤੁਸੀਂ ਗੱਲ ਕਰਦੇ ਹੋ, ਸਾਰੇ ਤਕਰੀਬਨ ਪੰਜਾਬੀ ਇੰਡਸਟਰੀ, ਅੱਜ ਯੋਗਰਾਜ ਸਿੰਘ ਦੀ ਵੀ ਗੱਲ ਕਰ ਲਈਏ, ਇੰਨੇ ਤੁਸੀਂ ਦੇਖੋ ਕਿ ਹਰ ਸਟੇਜ ਦੇ ਉੱਤੇ ਪਹੁੰਚ ਰਹੇ ਹੈ, ਸਾਰੇ ਪੰਜਾਬੀ ਇੰਡਸਟਰੀ ਦੇ ਸਿੰਗਰ ਐਕਟਰ ਪਹੁੰਚ ਰਹੇ ਹੈ ਔਰ ਗੱਲ ਵੀ ਕਰ ਰਹੇ ਹੈ। ਫਿਰ ਕਿੱਥੇ ਤੁਹਾਨੂੰ ਲੱਗਦਾ ਵੀ ਜਿਹੜੇ ਆਗੂ ਆ, ਤੁਸੀਂ ਕਹਿੰਦੇ ਹੋ ਕਿ ਇਹਨਾਂ ਨੇ ਗਲਤੀ ਕਰਤੀ ਹੈ ਨਾ, ਕੀ ਕਾਰਨ ਹੈ ਫਿਰ ਇਹ ਉਹਨਾਂ ਨੂੰ ਐਕਸੈਪਟ ਕਿਉਂ ਨਹੀਂ ਕਰਦੇ ਆ? ਕਿਤੇ ਈਗੋ ਦਾ ਮਸਲਾ ਹੈ ਜਾਂ ਫਿਰ ਪਪੂਲੈਰਿਟੀ ਦਾ ਮਸਲਾ, ਵੀ ਉਹ ਪਾਪੂਲਰ ਜ਼ਿਆਦਾ, ਅਸੀਂ ਘੱਟ ਹੋ ਗਏ ਹਾਂ? ਨਹੀਂ, ਪਾਪੂਲੈਰਿਟੀ ਦਾ ਹੀ ਮਸਲਾ ਹੈ ਕਿ ਉਹਨਾਂ ਨੂੰ ਲੱਗਦਾ ਕਿ ਯਾਰ ਇਹ ਕ੍ਰੈਡਿਟ ਲੈ ਜਾਣਗੇ, ਕਿ ਸਾਡਾ ਜਿਹੜਾ ਕ੍ਰੈਡਿਟ ਹੈਗਾ ਸਾਡੇ ਕੋਲੋਂ ਖੋਹ ਲਿੱਤਾ ਜਾਵੇਗਾ। ਜਾਂ ਮੈਨੂੰ ਲੱਗਦਾ ਹੈ ਕਿ ਜਿਹੜਾ ਮੈਂ ਪਿੱਛੇ ਵੀ ਬੋਲਿਆ ਸੀਗਾ ਕਿ 40 ਸਾਲ ਦਾ ਜਿਹੜਾ ਇਹਨਾਂ ਦਾ ਸੰਘਰਸ਼ ਹੈਗਾ, ਉਹ ਇਹ ਜਿਹੜਾ ਹੋਇਆ, ਇਹ ਕਿਸੇ ਨੂੰ ਵੀ ਨਹੀਂ ਪਤਾ ਸੀਗਾ। ਈਵਨ ਸੱਚੀ ਗੱਲ ਦੱਸੀਏ, ਸਾਨੂੰ ਵੀ ਨਹੀਂ ਪਤਾ ਸੀਗਾ ਕਿ ਇਹ ਸਭ ਹੋਣਾ, ਇੱਦਾਂ ਹੋਣਾ। ਅਤੇ ਇਸ ਇੰਨਾ ਵੱਡਾ ਹੋ ਗਿਆ ਕਿ ਹਿਊਮਨ ਹਿਸਟਰੀ ਦਾ ਸਭ ਤੋਂ ਵੱਡਾ ਇਹ ਅੰਦੋਲਨ ਟਾਈਪ ਬਣ ਗਿਆ, ਅਤੇ ਉਸ ਨੂੰ ਮੇਰੇ ਹਿਸਾਬ ਨਾਲ ਇਹਨਾਂ ਕੋਲ ਸਾਂਭਿਆ ਨਹੀਂ ਜਾ ਰਿਹਾ। ਜਿਹੜੀ ਸਾਡੀ ਆਪਸ ਦੀ ਜਿਹੜੀ ਈਗੋ ਕਲੈਸ਼ ਹੁੰਦੀ ਪਈ ਹੈ, ਇਹ ਨਹੀਂ ਹੋਣੀ ਚਾਹੀਦੀ। ਸਾਰੇ ਲੋਕ, ਭਾਵੇਂ ਐਕਟਰ ਨੇ, ਬੁੱਧੀਜੀਵੀ ਨੇ, ਰਾਈਟਰ ਨੇ, ਖਾਲਸਾ ਏਡ ਹੋ ਗਏ, ਉਦੋਕੇ ਸਾਹਿਬ ਹੋ ਗਏ, ਸਭ ਲੋਕ ਜਿਹੜੇ ਆ ਉਹ ਚਾਹੁੰਦੇ ਤਾਂ ਇਹੀ ਹੈ ਕਿ ਕਿਸਾਨਾਂ ਦੀ ਹੈਲਪ ਹੋਵੇ, ਇਹਨਾਂ ਕਾਲੇ ਕਾਨੂੰਨਾਂ ਦੇ ਇਹਨਾਂ ਦੀ ਵਾਪਸੀ ਹੋਵੇ। ਉਹ ਮਦਦ ਕਰਨਾ ਚਾਹ ਰਿਹਾ, ਲੇਕਿਨ ਮੈਨੂੰ ਲੱਗਦਾ ਕਿ ਕਿਸਾਨ ਆਗੂ ਜਿਹੜੇ ਨੇ ਉਹਨਾਂ ਨੂੰ ਇਨਸਿਕਿਉਰਿਟੀ ਹੁੰਦੀ ਪਈ ਕਿਸੇ ਤਰ੍ਹਾਂ ਦੀ, ਕਿ ਇਹ ਜ਼ਿਆਦਾ ਕ੍ਰੈਡਿਟ ਲੈ ਜਾਣਗੇ ਟਾਈਪ। ਤੁਸੀਂ ਤਾਂ ਨਾਲ ਰਹੇ ਦੀਪ ਸਿੱਧੂ ਦੇ ਮੋਰਚੇ ਦੇ ਵਿੱਚ, ਤੁਸੀਂ ਨਾਲ ਰਹੇ, ਤੁਸੀਂ ਹਰ ਵਕਤ ਉੱਥੇ ਹੀ ਸੀ। ਕੀ ਕੋਈ ਪੈਸੇ ਦਾ ਵੀ ਮਸਲਾ ਹੋ ਗਿਆ ਕਿ ਕੋਈ ਪੈਸਾ ਇਕੱਠਾ ਕਰ ਰਹੇ ਜਾਂ ਕੁਛ ਇਸ ਤਰ੍ਹਾਂ ਦਾ, ਇਹ ਵੀ ਕੋਈ ਗੱਲ ਸਾਹਮਣੇ ਆਈ ਸੀ? ਨਹੀਂ, ਮੈਂ ਲਾਈਵ ਵਿੱਚ ਵੀ ਦੱਸਿਆ ਕਿ ਜਦੋਂ ਏਜੰਸੀਆਂ ਦੀਪ ਬਾਈ ਦੇ ਜਿੰਨੇ ਵੀ ਕਲੋਜ਼ ਦੇ ਲੋਕ ਸੀਗੇ, ਉਹਨਾਂ ਦੇ ਕਜ਼ਨ ਸੀਗੇ ਜਾਂ ਹੋਰ ਸ਼ੰਭੂ ਮੋਰਚੇ ਦੇ ਨਾਲ ਲੋਕ ਜੁੜੇ ਹੋਏ ਸੀ, ਸਭ ਦੇ ਅਕਾਊਂਟਾਂ ਦੇ ਵਿੱਚ ਉਹਨਾਂ ਨੇ ਚੈੱਕ ਕਰ ਲਿਆ, ਕਿਤੋਂ ਵੀ 1 ਰੁਪਇਆ ਵੀ ਨਹੀਂ ਆਇਆ ਹੋਇਆ। ਔਰ ਇਸੇ ਕਰਕੇ ਹੁਣ ਬਹੁਤ ਜਲਦੀ ਦੀਪ ਬਾਈ ਦੀ ਜਿਹੜੀ ਜ਼ਮਾਨਤ ਵੀ ਹੈ ਤਾਂ ਵੀ ਹੋ ਜਾਏਗੀ, ਨਹੀਂ ਤਾਂ ਕੇਸ ਕੁਛ ਹੋਰ ਹੀ ਪੈ ਗਿਆ ਹੁੰਦਾ। ਜੇ ਬਾਹਰੋਂ 1 ਰੁਪਇਆ ਵੀ ਆਇਆ ਹੁੰਦਾ ਤਾਂ ਵੀ ਪ੍ਰੋਬਲਮ ਹੋ ਜਾਣੀ ਸੀ। ਕੋਈ ਪੈਸਾ, ਕਿਸੇ ਤਰ੍ਹਾਂ ਦਾ ਵੀ ਪੈਸਾ ਸ਼ੰਭੂ ਮੋਰਚਾ ਦੇ ਨਾਲ ਜੁੜੇ ਹੋਏ ਕਿਸੇ ਵੀ ਬੰਦੇ ਦਾ ਅਸੀਂ ਨਹੀਂ ਐਕਸੈਪਟ ਕੀਤਾ। ਲੰਗਰ ਦੇ ਵਿੱਚ ਸੇਵਾ ਆਈ ਹੋਏਗੀ, ਲੇਕਿਨ ਉਸ ਦੇ ਇਲਾਵਾ ਕੈਸ਼ 1 ਸਿੰਗਲ ਰੁਪਇਆ ਵੀ ਕਿਸੇ ਦੇ ਕੋਲ ਵੀ ਨਹੀਂ ਆਇਆ ਜੀ। ਸੋ ਤੁਸੀਂ ਦੇਖ ਰਹੇ ਹੋ ਕਿ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ ਹੁਣ ਕਲਸੀ ਸਾਹਿਬ ਦੇ ਨਾਲ, ਇਹਨਾਂ ਦਾ ਕਹਿਣਾ ਕਿ ਦੀਪ ਸਿੱਧੂ ਨਾਇਕ ਹੈ ਉਸ ਮੋਰਚੇ ਦਾ, ਪਰ ਜਿਹੜੇ ਮੋਰਚਾ ਚਲਾ ਰਹੇ ਹੈ ਕਿਸਾਨ ਆਗੂ ਹੈ ਉਹ ਮੰਨਦੇ ਨਹੀਂ ਹੈ। ਉਹ ਕਹਿੰਦੇ ਕਿ ਅਸੀਂ ਜਾਣਦੇ ਤੱਕ ਨਹੀਂ, ਚਾਹੇ ਲੱਖਾ ਸਧਾਨਾ ਦੀ ਗੱਲ ਹੋਵੇ ਜਾਂ ਕਈ ਹੋਰ ਨੌਜਵਾਨਾਂ ਦੀ ਗੱਲ ਕਰ ਲਈਏ, ਕਿਉਂਕਿ ਪੰਜਾਬੀ ਫਿਲਮ ਇੰਡਸਟਰੀ ਜਿਹੜੀ ਹੈ ਉਹ ਵੱਧ ਚੜ੍ਹ ਕੇ ਇਸ ਅੰਦੋਲਨ ਦੇ ਵਿੱਚ ਸਾਥ ਦੇ ਰਹੀ ਸੀ। ਹੁਣ ਮੈਂ ਗੱਲ ਕਰਦਾ ਦੀਪ ਸਿੱਧੂ ਦੀ, ਕਿਉਂਕਿ ਤੁਸੀਂ ਮਿਲ ਕੇ ਆਏ ਹੋ, ਤੁਸੀਂ ਪੈਰਵਾਈ ਵੀ ਕਰ ਰਹੇ ਹੋ, ਦੇਖ ਰਹੇ ਹੋ ਕਿੱਥੇ ਕੇਸ ਉਹਨਾਂ ਦਾ ਚੱਲ ਰਿਹਾ, ਕਿਸ ਤਰ੍ਹਾਂ ਕੇਸ ਚੱਲ ਰਿਹਾ। ਤੁਸੀਂ ਮਿਲਣ ਗਏ, ਕੀ ਹਾਲ ਹੈ? ਕਿ ਉਹਨਾਂ ਦਾ ਦਿਲ ਟੁੱਟ ਚੁੱਕਿਆ ਜਾਂ ਫਿਰ ਉਹ ਅੱਜ ਵੀ ਕਿਸਾਨਾਂ ਦੇ ਨਾਲ ਹੈ, ਮੋਰਚੇ ਦੇ ਨਾਲ ਹੈ? ਕਿਉਂਕਿ ਜਦੋਂ ਤਸ਼ੱਦਦ ਹੋ ਜਾਂਦੀ ਹੈ, ਜੇਲ੍ਹ 'ਚ ਬੈਠਾ ਇੱਕ ਬੰਦਾ ਪੰਜਾਬੀ ਫਿਲਮ ਇੰਡਸਟਰੀ ਦਾ ਨਾਮੀ ਕਲਾਕਾਰ ਹੋਵੇ, ਐਸ਼ ਦੀ ਜ਼ਿੰਦਗੀ ਜੀ ਰਿਹਾ ਹੋਵੇ, ਉਹ ਸੰਘਰਸ਼ ਕਰ ਰਿਹਾ ਸੀ, ਅਤੇ ਜਿਨ੍ਹਾਂ ਲਈ ਸੰਘਰਸ਼ ਕਰ ਰਿਹਾ ਉਹ ਉਸ ਨੂੰ ਐਕਸੈਪਟ ਨਹੀਂ ਕਰ ਰਹੇ, ਅਤੇ ਫਿਰ ਅੱਜ ਉਸ ਬੰਦੇ ਨੂੰ ਜੇਲ੍ਹ ਭੁਗਤਣੀ ਪੈ ਰਹੀ ਹੈ, ਕਿਉਂਕਿ ਜੇਲ੍ਹ ਕੋਈ ਸੌਖਾ ਕੰਮ ਤਾਂ ਨਹੀਂ। ਫਿਰ ਉਹਨਾਂ ਦੇ ਮਨ ਦੇ ਵਿੱਚ ਅੱਜ ਕੀ ਵਿਚਾਰ ਚੱਲਦੇ ਆ? ਮੈਂ ਵੈਸੇ ਪਹਿਲਾਂ ਹੀ ਦੱਸ ਦੇਵਾਂ ਕਿ ਮੈਂ ਕੁਝ ਬੋਲਾਂਗਾ ਉਸਦਾ ਅਲੱਗ-ਅਲੱਗ ਜੇ ਮੇਮ ਬਣ ਜਾਂਦੇ। ਪਿਛਲੀ ਵਾਰ ਮੈਂ ਬੋਲਿਆ ਕਿ ਦੀਪ ਬਾਈ ਚੜ੍ਹਦੀ ਕਲਾ 'ਚ ਹੈ, ਅਤੇ ਫਿਰ ਆ ਕੇ ਦੇਖਿਆ ਜੀ ਸਰਕਾਰ ਦਾ ਬੰਦਾ ਉਹ ਤਾਂ ਚੜ੍ਹਦੀ ਕਲਾ 'ਚ ਹੈ, ਨਹੀਂ ਤਾਂ ਉਹਨੂੰ ਤਸ਼ੱਦਦ ਹੁੰਦੀ ਹੈ, ਫਲਾਣ ਹੁੰਦਾ। ਉਸਨੇ ਟੌਰਚਰ ਬਹੁਤ ਸਿਆ ਹੈ। ਉਸਨੇ ਮੈਂ ਲਾਸਟ ਵੀ ਬੋਲਿਆ ਸੀਗਾ ਕਿ ਕਈ ਦਿਨ ਉਹਨੂੰ ਸੌਣ ਨਹੀਂ ਦਿੰਦੇ ਸੀਗੇ। ਜਿਹੜਾ ਮੈਂਟਲ ਟੌਰਚਰ ਹੁੰਦਾ ਉਹ ਜ਼ਿਆਦਾ ਖਤਰਨਾਕ ਹੁੰਦਾ। ਉਸ ਅੱਜ ਕੱਲ੍ਹ ਕੁੱਟਦੇ ਨਹੀਂ ਹੈ, ਤੁਹਾਨੂੰ ਸੌਣ ਹੀ ਨਾ ਦਿੱਤਾ ਜਾਵੇ, ਤੁਹਾਡੀ ਨੀਂਦ ਇੰਨੀ ਹੋ ਜਾਂਦੀ, ਤੁਸੀਂ ਕਹਿੰਦੇ ਯਾਰ ਲਿਖਵਾ ਲਓ ਮੇਰੇ ਕੋਲ ਜੋ ਲਿਖਵਾਉਣਾ।
ਉਹਨੂੰ ਇਸ ਤਰ੍ਹਾਂ ਦਾ ਟੌਰਚਰ ਉਹਨੂੰ ਕੀਤਾ ਗਿਆ। ਲੇਕਿਨ ਕਿਸੇ ਵੀ ਤਰ੍ਹਾਂ ਨਾਲ ਜਿਹਨੂੰ ਕਹਿੰਦੇ ਨਾ ਢਹਿੰਦੀ ਕਲਾ 'ਚ ਨਹੀਂ ਹੈ ਬੰਦਾ, ਚੜ੍ਹਦੀ ਕਲਾ 'ਚ ਹੈ। ਕੋਈ ਉਸਦੇ ਕਿਸੇ ਤਰ੍ਹਾਂ ਦਾ ਪਛਤਾਵਾ ਸ਼ਿਕਨ ਜਾਂ ਉਹਨੂੰ ਹੋਏ ਕਿ ਯਾਰ ਮੈਂ ਤੋਂ ਗਲਤੀ ਹੋ ਗਈ। ਹਾਂ, ਨਾਰਾਜ਼ਗੀ ਜ਼ਰੂਰ ਹੈਗੀ ਹੈ ਕਿ ਯਾਰ ਲੋਕਾਂ ਦਾ ਜਿਹੜਾ ਰਵੱਈਆ ਸੀਗਾ, ਗੱਦਾਰ ਕਹਿ ਦਿੱਤਾ ਜਾਂ ਕਿੱਦਾਂ, ਕਿ ਮੈਂ ਯਾਰ ਕਿ ਮੈਂ ਕੋਈ ਕ੍ਰਿਮੀਨਲ ਥੋੜ੍ਹੀ ਸੀਗਾ, ਕਿ ਮੈਂ ਕੋਈ ਪਲਾਟ ਦੇ ਕਰਕੇ ਜ਼ਮੀਨਾਂ ਕਰਕੇ ਥੋੜ੍ਹੀ ਲੜਦਾ ਪਿਆ ਸੀਗਾ, ਮੈਂ ਤਾਂ ਲੋਕਾਂ ਕਰਕੇ ਲੜਦਾ ਪਿਆ ਸੀਗਾ। ਪਰ ਉਹਨਾਂ ਨੇ ਹੀ ਜਦੋਂ ਮੈਨੂੰ ਨੈਗੇਟਿਵ ਬੋਲਿਆ ਤੇ ਉਹ ਉਸ ਦੇ ਨਾਰਾਜ਼ਗੀ ਜ਼ਰੂਰ ਸੀਗੀ। ਮੈਂ ਜਦੋਂ ਇਹ ਦੱਸਿਆ ਕਿ ਬਾਈ ਹੁਣ ਤਾਂ ਕੋਈ ਟਾਵਾਂ ਹੀ ਹੋਣਾ ਜਿਹੜਾ ਨੈਗੇਟਿਵ ਬੋਲਦਾ ਹੋਣਾ, ਜਾਂ ਜਿਹਦੇ ਇਹ ਇਸ ਤਰ੍ਹਾਂ ਦਾ ਕੋਈ ਗੱਲ ਕਰਦਾ ਹੋਏ ਫੇਸਬੁੱਕ 'ਤੇ, ਮੈਂ ਸੱਚੀ ਮੈਂ ਵੇਖਦਾ ਵੀ ਨਹੀਂ। ਅਤੇ ਮੈਂ ਉਹੀ ਉਹਨੂੰ ਬੋਲਿਆ, ਮੈਂ ਕਿਹਾ ਬਾਈ ਇੱਕ ਵੀ ਬੰਦਾ ਨਹੀਂ ਹੈ ਜੋ ਆਪਦੇ ਨੈਗੇਟਿਵ ਹੋਏ। ਅਤੇ ਬੜਾ ਉਹਨੂੰ ਖੁਸ਼ੀ ਜਿਹੀ ਹੋਈ, ਮੋਟੀਵੇਸ਼ਨ ਹੁੰਦਾ ਨਾ ਕਿ ਯਾਰ ਮੈਂ ਜਿਸ ਲਈ ਲੜਦਾ ਪਿਆ ਵਾਂ, ਜਿਸ ਕੰਮ ਦੇ ਲਈ ਮੈਂ ਸੀਗਾ, ਅਤੇ ਲੋਕ ਮੈਨੂੰ ਨੈਗੇਟਿਵ ਨਹੀਂ ਬੋਲਦੇ ਪਏ। ਇਹ ਉਸਦਾ ਉਹ ਸੀ। ਤੇ ਕਿਸ ਤਰ੍ਹਾਂ ਦੇ ਹਾਲਾਤ ਹੈ ਇਸ ਵਕਤ ਜਦੋਂ ਤੁਸੀਂ ਮਿਲ ਕੇ ਆਏ ਹੋ ਜੇਲ੍ਹ ਦੇ ਵਿੱਚ? 7 ਨੰਬਰ ਬੈਰਕ ਦੇ ਵਿੱਚ ਉਹ ਬੰਦ ਨੇ, ਕਿਸ ਤਰ੍ਹਾਂ ਦੇ ਹਾਲਾਤ ਨੇ? ਨਾ ਮੈਂ ਤਾਂ ਸਿਰਫ ਜਿੱਦਾਂ ਉਹ ਉੱਥੇ ਮਿਲਦੇ ਆ ਕੈਦੀਆਂ ਨੂੰ, ਉਹੀ ਮੁਲਾਕਾਤ ਹੈ। ਅੰਦਰ ਤਾਂ ਨਹੀਂ ਵੇਖਿਆ। ਜੇਲ੍ਹ ਤਾਂ ਜੇਲ੍ਹ ਹੀ ਹੈ, ਭਾਵੇਂ ਕਿਸੇ ਤਰ੍ਹਾਂ ਦੀ ਵੀ ਹੋਏ। ਕਹਿੰਦੇ ਪਿੰਜਰਾ ਤਾਂ ਪਿੰਜਰਾ ਹੀ ਹੁੰਦਾ, ਭਾਵੇਂ ਸੋਨੇ ਦਾ ਹੋਵੇ। ਜੇਲ੍ਹ ਤਾਂ ਜੇਲ੍ਹ ਹੀ ਹੈ। ਉਹ ਅੰਦਰ ਤਾਂ ਫਿਰ ਉਹੀ ਖਾਣਾ ਜਿਹੜਾ ਕੈਦੀ ਖਾਂਦੇ ਆ, ਔਰ ਉਹੀ ਜਿਹੜਾ ਰਹਿਣ ਸਹਿਣ ਹੈ, ਉਹ ਸਾਰਾ ਕੁਛ ਤੇ ਉਹੀ ਉਹਦਾ ਚੱਲ ਰਿਹਾ ਹੋਣਾ। ਨਾਲੇ ਕਿਹਾ ਜਾਂਦਾ ਵੀ ਸਰਕਾਰ ਦਾ ਬੰਦਾ, ਫਿਰ ਕੋਈ ਰਹਿਤਾਂ ਨਹੀਂ ਮਿਲ ਰਹੀਆਂ, ਕੋਈ VIP ਸੈੱਲ ਨਹੀਂ ਦਿੱਤਾ ਗਿਆ? ਨਹੀਂ, ਸਰਕਾਰ ਦਾ ਬੰਦਾ ਤਾਂ ਸਰਕਾਰ ਨੇ ਆਪਣਾ ਬੰਦਾ ਫੜ ਲਿਆ। ਉਹ ਜੇ ਬਾਕੀਆਂ ਦੇ ਜਿਹੜੇ ਪਰਚੇ ਹੋਏ ਆ ਉਹ ਭਾਈ ਜਾਂਦੇ ਨੇ, ਫਲਾਈਟਾਂ ਵੀ ਲੈ ਰਹੇ ਨੇ, ਉਹਨਾਂ ਨੂੰ ਨਹੀਂ ਫੜਦੇ ਪਏ। ਮਤਲਬ ਸਰਕਾਰ ਦਾ ਬੰਦਾ ਨਹੀਂ। ਹੁਣ ਤੁਸੀਂ ਦਿਮਾਗ ਲਾਓ। ਮੈਂ ਤਾਂ ਕਿੱਧਰ ਨੂੰ ਵੀ ਬੋਲ ਦੇਣਾ ਉੱਧਰ ਨੂੰ ਉਹ ਹੋ ਜਾਂਦੇ। ਹੁਣ ਮੰਨ ਲਓ ਜਿੱਦਾਂ ਉਹਦੀ ਹਫ਼ਤੇ 10 ਦਿਨ ਮੰਨ ਲਓ ਜ਼ਮਾਨਤ ਹੋ ਗਈ, ਅਗਰ ਦੇਖਿਆ ਸਰਕਾਰ ਦਾ ਬੰਦਾ ਜ਼ਮਾਨਤ ਹੋ ਗਈ, ਇੰਨੇ ਮੁੰਡਿਆਂ ਦੀ ਜ਼ਮਾਨਤਾਂ ਹੋਈਆਂ ਨੇ ਜਿਹੜੀਆਂ ਦਰਜਨਾਂ ਦੀ, ਉਹ ਤੋਂ ਨਹੀਂ ਬੋਲਣਗੇ। ਇਹਦੀ ਅਗਰ ਜ਼ਮਾਨਤ ਹੋ ਗਈ ਤੇ ਸਰਕਾਰ ਦਾ ਬੰਦਾ ਹੈ। ਜੇ ਜ਼ਮਾਨਤ ਨਹੀਂ ਹੋਈ, ਸਰਕਾਰ ਦਾ ਬੰਦਾ ਹੈ। ਸਭ ਦੀ ਹੋ ਗਈ, ਦੇਖਿਆ ਇਹਦੀ ਕਿਉਂ ਨਹੀਂ ਹੋਈ? ਉਹ ਤਾਂ ਕਿਤੇ ਵੀ ਜੀਣ ਨਹੀਂ ਦਿੰਦੇ ਜਿਨ੍ਹਾਂ ਨੇ, ਜਿਹੜੇ ਹੈਗੇ ਇੱਦਾਂ ਦੇ ਨਕਲੀ ਜਿਹੇ ਬੰਦੇ। ਕੀ ਕਾਰਨ ਸਮਝਦੇ ਹੋ ਅੱਜ ਯੂਥ ਜਿਹੜਾ ਹੈ ਦੀਪ ਸਿੱਧੂ ਨੂੰ ਸੁਣਨਾ ਚਾਹੁੰਦਾ ਹੈ, ਦੀਪ ਸਿੱਧੂ ਦੇ ਮਗਰ ਹੈ, ਦੀਪ ਸਿੱਧੂ ਦੇ ਨਾਲ ਆਉਂਦਾ ਹੈ, ਪਰ ਜਿਹੜੇ ਆਗੂ ਹੈ, ਤੁਸੀਂ ਕਹਿੰਦੇ ਹੋ ਕਿ ਆਗੂ ਪਸੰਦ ਨਹੀਂ ਕਰਦੇ, ਕੀ ਕਾਰਨ ਸਮਝਦੇ ਹੋ ਕਿਉਂ ਨਹੀਂ ਪਸੰਦ ਕਰਦੇ? ਕਿਉਂਕਿ ਉਹ ਵੀ ਕੰਮ ਤਾਂ ਮੋਰਚੇ ਲਈ ਕਰ ਰਹੇ ਸੀ, ਉਹ ਕਿਸਾਨਾਂ ਦੇ ਸੰਘਰਸ਼ ਦੇ ਲਈ ਕੰਮ ਕਰ ਰਹੇ ਸੀ, ਜਾਂ ਫਿਰ ਉਹਨਾਂ ਦੇ ਖਿਆਲ ਗਰਮ ਹੈ ਇਸ ਕਰਕੇ ਨਹੀਂ ਪਸੰਦ ਕਰਦੇ? ਨਹੀਂ, ਤੁਸੀਂ ਮੇਰੇ ਖਿਆਲ ਕੁਛ ਹੋਰ ਬੁਲਵਾਉਣਾ ਚਾਹ ਰਹੇ ਹੋ ਮੇਰੇ ਕੋਲੋਂ। ਨਹੀਂ, ਮੈਂ ਉੱਦਾਂ ਮੈਂ ਇਹੀ ਸਿਰਫ ਇਹਨੇ ਮੈਨੂੰ ਲੱਗਦਾ ਕਿ ਈਗੋ ਕਲੈਸ਼ ਹੈਗੀ ਹੈ। ਔਰ ਆਗੂਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅਗਰ ਜਿਸ ਕਰਕੇ ਬਹੁਤ ਸਾਰੇ ਲੋਕ ਉਹਨਾਂ ਤੋਂ ਨਾਰਾਜ਼ ਵੀ ਨੇ, ਕਿ ਉਹਨਾਂ ਨੂੰ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਹੈ। ਮੁੰਡੇ ਜਿਹੜੇ ਅੰਦਰ ਨੇ, ਭਾਵੇਂ ਦੀਪ ਬਾਈ ਹੈ ਜਾਂ ਲੱਖਾ ਬਾਈ ਹੈ, ਸਭ ਦੇ ਹੱਕ ਵਿੱਚ ਉਹਨਾਂ ਨੂੰ ਖੜਾ ਹੋਣਾ ਚਾਹੀਦਾ। ਔਰ ਸਾਰਿਆਂ ਨੂੰ ਹੀ ਨਾਲ ਲੈ ਕੇ ਚੱਲਣਾ ਚਾਹੀਦਾ। ਸਟੇਜ ਤੋਂ ਕਦੀ ਬੋਲ ਦਿੱਤਾ ਜਾਂਦਾ ਹੈ ਕਿ ਸਿਰਫ ਆਗੂ ਬੋਲਣਗੇ, ਕਦੀ ਬੋਲ ਦਿੱਤਾ ਜਾਂਦਾ ਹੈ ਕਿ ਅੱਜ ਮੇਰੇ ਕੋਲ WhatsApp 'ਤੇ ਆਇਆ ਕਿ ਪ੍ਰੈਸ ਨੂੰ ਉਲਟਾ ਸਿੱਧਾ ਉਹਨਾਂ ਨੇ ਬੋਲ ਦਿੱਤਾ ਕਿ ਇਹਦੇ ਵਿਹਲੜ ਹੈਗੇ ਆ, ਕੈਮਰਾ ਚੁੱਕ ਕੇ ਦੌੜਦੇ ਰਹਿੰਦੇ ਇੱਧਰ ਉੱਧਰ। ਤਾਂ ਇਹ ਸਭ ਚੀਜ਼ਾਂ ਜਿਹੜਾ ਬੰਦਾ ਲੀਡ ਕਰਦਾ ਉਹਦੀ ਜ਼ਿੰਮੇਵਾਰੀ ਵੀ ਜ਼ਿਆਦਾ ਬਣਦੀ ਹੈ। ਅਗਰ ਰਜਿੰਦਰਦੀਪ ਸਿੰਘ ਇੰਨੀ ਬਕਵਾਸ ਕਰ ਰਿਹਾ, ਉਹ ਸਾਹਮਣੇ ਆ ਗਈ, ਤੇ ਕਮ ਸੇ ਕਮ ਉਹਨੂੰ ਬਾਹਰ ਹੀ ਕਰੋ। ਉੱਚੋਂ ਸੰਯੁਕਤ ਮੋਰਚਾ ਜਿਹੜਾ ਹੈਗਾ ਤੁਹਾਡਾ 31-32 ਜਿੰਨੇ ਵੀ ਬੰਦੇ ਹੈਗੇ, ਉਹ 'ਚੋਂ ਬਾਹਰ ਕਰ ਦਿਓ। ਗਲਤੀ ਤਾਂ ਕਿਸੇ ਕੋ ਵੀ ਹੋ ਸਕਦੀ ਨਾ, ਰੱਬ ਥੋੜ੍ਹੀ ਹੈ ਕਿ ਇਹ ਥੋੜ੍ਹੀ ਕਿ ਜਿਹੜਾ ਕਿਸਾਨ ਜਥੇਬੰਦੀਆਂ ਵਿੱਚ ਆ ਗਿਆ ਤੇ ਉਹ ਰੱਬ ਹੋ ਗਿਆ, ਉਹਨੂੰ ਗਲਤੀ ਨਹੀਂ ਕਰੇਗਾ। ਜੇ ਗਲਤੀ ਕਰ ਰਹੇ ਹਾਂ ਤਾਂ ਆਪਾਂ ਕਿਸ ਚੀਜ਼ ਦੀ ਈਗੋ ਲੈ ਕੇ ਬੈਠੇ ਹਾਂ? ਬਾਹਰ ਕਰੋ ਉਹਨੂੰ, ਸਭ ਦੇ ਸਾਹਮਣੇ ਹੈ। ਰਜਿੰਦਰਦੀਪ ਸਿੰਘ ਦੇ ਤਾਂ ਪੂਰਾ ਕਲੀਅਰ ਬੋਲਿਆ ਹੋਇਆ ਕਿ ਲਾਲ ਕਿਲੇ ਜਾਵਾਂਗੇ ਔਰ ਹਿੱਕ 'ਤੇ ਚਲਾਵਾਂਗੇ, ਇੱਥੇ ਜਾਵਾਂਗੇ, ਉੱਥੇ ਜਾਵਾਂਗੇ। ਉਹੀ ਬੰਦਾ ਅੱਜ ਸਿਕਿਉਰਿਟੀਆਂ ਲੈ ਕੇ ਘੁੰਮਦਾ ਪਿਆ। ਤੁਸੀਂ ਕਿਸਾਨਾਂ ਦੇ ਆਗੂ ਹੋ, ਕਿਸ ਚੀਜ਼ ਦੇ ਆਗੂ ਹੋ? ਤੁਸੀਂ ਤਾਂ ਫਿਲਮ ਸਟਾਰ ਹੋ। ਜੇ ਫਿਲਮ ਸਟਾਰ ਨਹੀਂ ਲੈ ਕੇ ਘੁੰਮਦੇ ਹੋ, ਨੰਗੀਆਂ ਤਲਵਾਰਾਂ, ਮੈਂ ਸੁਣਿਆ ਕਿ ਉਹ ਨੰਗੀਆਂ ਤਲਵਾਰਾਂ ਵਾਲੇ ਬੋਡੀਗਾਰਡ ਲੈ ਕੇ ਘੁੰਮਦਾ ਪਿਆ। ਕਿਹੜਾ ਉਹਨੇ ਗਲਤ ਕੰਮ ਕੀਤਾ ਕਿ ਉਹਨੂੰ ਇਹੋ ਜਿਹੇ ਗਾਰਡਾਂ ਦੀ ਲੋੜ ਪਈ ਹੋਈ ਆ? ਉਹ ਕਿਉਂ ਰਾਜੇਵਾਲ ਸਾਹਿਬ ਜਾਂ ਜਿਹੜੇ ਵੀ ਉਹ ਲੀਡਰ ਨੇ ਇਸ ਮੋਰਚੇ ਦੇ, ਉਹ ਕਿਉਂ ਨਹੀਂ ਉਹਨੂੰ ਬਾਹਰ ਕਰਦੇ? ਕਿਉਂ ਨਹੀਂ ਬੋਲਦੇ ਕਿ ਨਵਰੀਤ ਦੀ ਸ਼ਹਾਦਤ ਨੂੰ ਸਲਾਮ ਕਰਦੇ ਆ? ਜਾਂ ਜਿਹੜੇ ਮੁੰਡੇ ਅੰਦਰ ਨੇ ਉਹਨਾਂ ਵਾਸਤੇ ਕਿਉਂ ਨਹੀਂ ਖੜੇ ਹੁੰਦੇ? ਕੱਲ੍ਹ ਨੂੰ ਅਗਰ ਸੰਘਰਸ਼ ਨੂੰ ਯੂਥ ਦੀ ਲੋੜ ਪੈਂਦੀ ਹੈ, ਕਿਉਂ ਕੋਈ ਭੇਜੇ? ਜੇ ਯੂਥ ਦੀ ਨਵਰੀਤ ਦੀ ਕੁਰਬਾਨੀ ਦੇਖ ਕੇ ਮਨ ਤਾਂ ਨਹੀਂ ਲੱਗਦਾ ਕੋਈ ਭੇਜੇ, ਕੋਈ ਕਹੇਗਾ ਜਾਓ ਵੀ ਤੁਸੀਂ ਵੀ ਜਾ ਕੇ ਸ਼ਹੀਦੀਆਂ ਦਿਓ, ਤੇ ਪਿੱਛੋਂ ਕੋਈ ਤੁਹਾਡੇ ਬੋਲੇ ਵੀ ਨਾ। ਨਹੀਂ, ਉਹ ਇਸ ਕਰਕੇ ਨਹੀਂ ਨਾ ਬੋਲਦੇ ਕਿਉਂਕਿ ਉਹਨਾਂ ਦਾ ਕਹਿਣਾ ਕਿ ਸਾਡੇ ਪਲਾਨ ਦੇ ਵਿੱਚ, ਸਾਡੇ ਪ੍ਰੋਗਰਾਮ ਦੇ ਵਿੱਚ ਨਹੀਂ ਸੀ ਲਾਲ ਕਿਲੇ 'ਤੇ ਜਾਣਾ, ਅਤੇ ਜਿਹੜੇ ਲੋਕ ਗਏ ਹੈ ਉਹ ਸਾਡੇ ਨਹੀਂ ਹੈ।
ਉਹ ਅਲੱਗ ਤੋਂ ਗਏ ਆ, ਉਹ ਫਿਰ ਦੀਪ ਸਿੱਧੂ ਦਾ ਨਾਮ ਆ ਜਾਂਦਾ ਵੀ ਦੀਪ ਸਿੱਧੂ ਕਰਕੇ ਜਾਂ ਲੱਖੇ ਸਿਧਾਣੇ ਕਰਕੇ, ਜਾਂ ਫਿਰ ਨੌਜਵਾਨ ਜਿਹੜੇ ਥੋੜਾ ਜਿਹਾ ਅਗਰੈਸਿਵ ਹੋ ਗਏ ਉਹ ਗਏ ਆ। ਸਾਡਾ ਕੋਈ ਇਸ ਤਰ੍ਹਾਂ ਦਾ ਪਲਾਨ ਨਹੀਂ ਸੀ, ਇਸ ਤਾਂ ਸਿਰਫ ਇੱਕ ਮਾਰਚ ਕਰਕੇ ਵਾਪਸ ਆ ਜਾਣਾ ਸੀ। ਨਹੀਂ, ਇਹਨਾਂ ਨੇ ਪੁਲਿਸ ਦੇ ਨਾਲ ਜਿਹੜਾ ਐਗਰੀਮੈਂਟ ਸਾਈਨ ਕੀਤਾ ਉਹ 'ਚ 5000 ਬੰਦੇ 5000 ਟਰੈਕਟਰ ਦੀ ਇਹਨਾਂ ਨੇ ਪਰਮਿਸ਼ਨ ਲਿੱਤੀ ਸੀ, ਤੇ ਮੰਗਾਏ ਇਹਨਾਂ ਨੇ 3 ਲੱਖ। ਮੰਗਾਏ ਕਿਸ ਹਿਸਾਬ ਨਾਲ, ਮਤਲਬ ਕਿਹੜੀ ਪਲਾਨਿੰਗ ਸੀ ਇਹਨਾਂ ਦੀ? ਉਦੋਂ ਇਹ ਲਗਾਤਾਰ ਟਰੈਕਟਰ ਇੱਧਰ ਨੂੰ ਆ ਰਹੇ ਸੀਗੇ, ਵੀਡੀਓਜ਼ ਆ ਰਹੇ ਸੀਗੇ, ਹਜ਼ਾਰਾਂ ਹਿਸਾਬ ਨਾਲ ਟਰੈਕਟਰ ਆਈ ਜਾ ਰਹੇ ਸੀਗੇ, ਤੇ ਇਹ ਰੋਕ ਦਿੰਦੇ, ਇਹ ਬੋਲ ਦਿੰਦੇ ਕਿ ਸਿਰਫ 5000 ਟਰੈਕਟਰ ਜਾਣੇ ਆ, ਜ਼ਿਆਦਾ ਟਰੈਕਟਰ ਨਾ ਆਓ। ਤਾਂ ਉਦੋਂ ਸਾਰੇ ਕਰੇ ਪਿੰਡਾਂ 'ਚੋਂ ਹਰ ਜਿਹੜਾ ਨਹੀਂ ਆਇਆ ਉਹ ਗੱਦਾਰ, ਉਹ ਆ ਗਏ ਤੇ ਕਹਿੰਦੇ ਇਹ ਗੱਦਾਰ। ਤੇ ਮੈਂ ਦੀਪ ਸਿੱਧੂ ਨੂੰ ਭੱਜਣਾ ਵੀ ਪਿਆ, ਕਿਉਂਕਿ ਅਸੀਂ ਦੇਖਿਆ ਇੱਕ ਵੀਡੀਓ ਲਾਈਵ ਜਾਰੀ ਹੋਈ, ਲੋਕ ਉਹਨਾਂ ਦੇ ਮਗਰ ਪੈ ਗਏ। ਉਦੋਂ ਬੜੀ ਅਜੀਬ ਫੀਲਿੰਗ ਹੁੰਦੀ ਹੈ, ਇੱਕ ਬੰਦਾ ਸੰਘਰਸ਼ ਕਰ ਰਿਹਾ, ਆਪਣਾ ਸਭ ਕੁਝ ਦਾਅ 'ਤੇ ਲਗਾ ਰਿਹਾ, ਤੇ ਉਸ ਨੂੰ ਉਹੀ ਲੋਕ ਗੱਦਾਰ ਕਹਿ ਕੇ ਉਹਨੂੰ ਭਜਾ ਰਹੇ ਤੇ ਉਹਦੀ ਵੀਡੀਓ ਵਾਇਰਲ ਕਰ ਰਹੇ। ਕੀ ਸੋਚਦੇ ਹੋ ਫਿਰ ਇਸ ਘਟਨਾਕ੍ਰਮ ਬਾਰੇ? ਦੀਪ ਸਿੱਧੂ ਕੀ ਸੋਚਦੇ? ਨਹੀਂ, ਉਹ ਤਾਂ ਮੌਬ ਲਿੰਚਿੰਗ ਹੈ ਨਾ। ਮੌਬ ਲਿੰਚਿੰਗ ਵਿੱਚ ਤੁਹਾਨੂੰ 100 ਬੰਦਾ ਘੇਰ ਲੇਗਾ, ਔਰ ਇਸ ਗਲਤ ਇੰਟੈਂਸ਼ਨ ਦੇ ਨਾਲ ਕਿ ਤੁਹਾਨੂੰ ਕੁੱਟਣਾ ਹੀ ਹੈ, ਤੁਹਾਡਾ ਵੀਡੀਓ ਬਣਾਉਣਾ, ਉਹ ਵਾਇਰਲ ਕਰਨਾ, ਤੇ ਤੁਸੀਂ ਕੀ ਕਰੋਗੇ? ਸਿਆਣਾ ਤਾਂ ਇਹੀ ਹੈ ਕਿ ਨਿਕਲੋ ਉੱਥੋਂ ਦੀ। ਤੇ ਉਹ ਤਾਂ ਕੋਈ ਉਹਦੇ ਵਿੱਚ ਉਹ ਨਹੀਂ ਸੀਗਾ, ਤੇ ਉਹਦੀ ਜਗ੍ਹਾ ਕੋਈ ਵੀ ਹੁੰਦਾ, ਤੁਸੀਂ ਹੁੰਦੇ, ਮੈਂ ਹੁੰਦਾ, ਕੋਈ ਵੀ ਹੁੰਦਾ, ਉਹਨੇ ਨਿਕਲ ਹੀ ਜਾਣਾ ਸੀ ਉੱਥੋਂ ਦੀ। ਤੁਸੀਂ ਲੜ ਤੇ ਸਕਦੇ ਨਹੀਂ। ਜੇ ਤੁਸੀਂ ਲੜੋਗੇ, 2 ਤੁਸੀਂ ਮਾਰੋਗੇ, 20 ਤੁਹਾਡੇ ਪੈਣਗੀਆਂ। ਵੀਡੀਓ ਤਾਂ ਇਹੀ ਬਣਾਉਣਾ, ਲੋਕਾਂ ਨੇ ਇਹੀ ਫਿਰ ਸਵਾਦ ਲੈ ਕੇ ਵੇਖਣਾ ਹੁੰਦਾ, ਤੇ ਉਸ ਤੋਂ ਤਾਂ ਚੰਗਾ ਸੀਗਾ ਉੱਥੋਂ ਨਿਕਲ ਹੀ ਜਾਣਾ। ਉਹਦਾ ਮਤਲਬ ਇਹਦੇ ਪਿੱਛੇ ਵੀ ਕਿਸੇ ਦੀ ਸਾਜ਼ਿਸ਼ ਸੀ? ਹੋ ਸਕਦਾ, ਕਿਉਂਕਿ ਉਹੀ ਜਿਹੜੇ ਬੰਦੇ ਉੱਥੇ ਸੀਗੇ ਉਹ ਕਿਸੇ ਨੇ ਭੇਜੇ ਹੋਣ, ਕੋਈ ਵੱਡੀ ਗੱਲ ਨਹੀਂ ਹੈ। ਤੁਸੀਂ ਹਮੇਸ਼ਾ ਹੀ ਨਾਲ ਰਹੇ ਦੀਪ ਸਿੱਧੂ ਦੇ, ਉਹਨਾਂ ਦੇ ਨਾਲ ਹੀ ਮੋਰਚੇ ਦੇ ਵਿੱਚ ਵੀ ਰਹੇ। ਜਿਹੜੀ 26 ਤਰੀਕ ਦੀ ਘਟਨਾਕ੍ਰਮ ਸੀਗਾ, ਉਦੋਂ ਤੁਸੀਂ ਸੀਗੇ, ਮੌਕੇ 'ਤੇ ਸੀ, ਜਾਂ ਤੁਹਾਡੀ ਗੱਲਬਾਤ ਹੋ ਰਹੀ ਸੀ? ਉਹ ਕਿਸ ਤਰ੍ਹਾਂ ਦਾ ਉਸ ਵਕਤ ਮਾਹੌਲ ਸੀ? ਜਿਹੜਾ 26 ਜਨਵਰੀ ਦਾ, 26 ਜਨਵਰੀ ਨੂੰ ਮੈਂ ਇੱਥੇ ਘਰ ਹੀ ਸੀਗਾ, ਤੇ ਸਵੇਰੇ 7 ਵਜੇ ਮੇਰੇ ਖਿਆਲ ਦੀਪ ਬਾਈ ਸੁੱਤਾ, ਤੇ ਮੈਂ ਇੱਥੋਂ ਹੀ ਉਹਦੇ ਨਾਲ ਗੱਲ ਕਰਦਾ ਪਿਆ ਸੀਗਾ ਕਿ ਸੋ ਜਾਓ ਯਾਰ। ਮੈਂ ਹਰਪ੍ਰੀਤ ਭਾਜੀ ਨੂੰ ਵੀ ਕਹਿ ਰਿਹਾ ਕਿ ਸੋ ਜਾਓ, ਤੁਸੀਂ ਸਵੇਰੇ ਰੈਲੀ 'ਤੇ ਵੀ ਜਾਣਾ। ਤੇ 12:30 ਵਜੇ ਤੱਕ ਤਾਂ ਉਹ ਮੇਰੇ ਖਿਆਲ ਹੋਟਲ 'ਚ ਹੀ ਸੀਗੇ, ਤੇ ਫਿਰ ਨਿਕਲੇ। ਫਿਰ ਮੈਂ ਇੱਧਰੋਂ 12 ਵਜੇ ਸਵੇਰ ਦੇ ਕਿ ਰਾਤ ਦੇ? ਸਵੇਰ ਦੇ, ਦੁਪਹਿਰ ਦੇ ਜਿਹੜੇ ਸੀਗੇ ਉਦੋਂ, ਉਹ ਉੱਥੋਂ ਨਿਕਲੇ ਆ, ਤੇ ਇੱਧਰੋਂ ਮੈਂ ਨਿਕਲਿਆ। ਅਸੀਂ ਤੇ ਮਿਲਣਾ ਸੀਗਾ ਕੁੰਡਲੀ ਬਾਰਡਰ 'ਤੇ ਹੀ, ਤੇ ਮੈਨੂੰ ਰਸਤੇ 'ਚ ਢੋਲਾ ਕੂਆਂ ਜਾ ਕੇ ਮੇਰਾ ਫੇਸਬੁੱਕ ਦੇ ਉੱਤੇ ਲਾਈਵ ਵੀ ਹੈਗਾ, ਤੇ ਮੈਂ ਉਹਦੇ ਵਿੱਚ ਬੋਲਿਆ ਵੀ ਹੋਇਆ ਕਿ ਮੈਂ ਕੁੰਡਲੀ ਬਾਰਡਰ ਜਾ ਰਿਹਾ। ਉਸ ਤੋਂ ਬਾਅਦ ਫਿਰ ਪਤਾ ਚੱਲਿਆ ਕਿ ਲਾਲ ਕਿਲੇ ਉੱਤੇ ਤਿਰੰਗਾ ਨਿਸ਼ਾਨ ਸਾਹਿਬ ਝੁਲਾਤਾ, ਉਹ ਇੱਦਾਂ ਦੇ ਵੀਡੀਓ ਆਉਣੇ ਸ਼ੁਰੂ ਹੋ ਗਏ, ਨਿਊਜ਼ ਆਉਣੀ ਸ਼ੁਰੂ ਹੋ ਗਈ। ਤੇ ਫਿਰ ਉੱਥੇ ਮੇਰੀ ਗੱਲ ਹੋਈ ਹਰਪ੍ਰੀਤ ਭਾਈ ਦੇ ਨਾਲ, ਕਹਿੰਦੇ ਆਪਾਂ ਲਾਲ ਕਿਲੇ ਜਾ ਰਹੇ ਹਾਂ। ਉਦੋਂ ਸਾਰੇ ਹੀ ਲਾਲ ਕਿਲੇ ਵੱਲ ਨੂੰ ਦੌੜ ਪਏ ਸੀਗੇ। ਤੇ ਮੈਂ ਜਦੋਂ ਢੋਲਾ ਕੂਆਂ ਤੋਂ ਜਿਹੜਾ ਇੰਡੀਆ ਗੇਟ ਵੱਲ ਨੂੰ ਰਸਤਾ ਜਾਂਦਾ, ਉਹ ਬਲੌਕ ਕਰਤਾ ਸੀਗਾ। ਮੈਨੂੰ ਲੱਗਿਆ ਕਿ ਇਹ ਰਸਤਾ ਬਲੌਕ ਹੈ। ਮੈਂ ਦੂਜੀ ਸਾਈਡ ਤੋਂ ਜਾਣ ਦੀ ਕੋਸ਼ਿਸ਼ ਕੀਤੀ, ਕਰੋਲ ਬਾਗ ਤੋਂ, ਮਿੰਟੋ ਰੋਡ ਤੋਂ। ਉਹ ਪਤਾ ਚੱਲਿਆ ਕਿ ਦਿੱਲੀ ਸੈਂਟਰ ਦਿੱਲੀ ਸਾਰੀ ਤਰਫੋਂ ਦੀ ਬੰਦ ਕਰ ਦਿੱਤੀ ਸੀਗੀ, ਤੇ ਮੈਂ ਉੱਥੇ ਜਾ ਹੀ ਨਹੀਂ ਸਕਿਆ। ਨਹੀਂ ਤੇ ਫੋਰਚੂਨੇਟਲੀ ਕਹਿ ਲਓ ਜਾਂ ਅਨਫੋਰਚੂਨੇਟਲੀ ਨਹੀਂ ਉੱਥੇ ਮੈਂ ਵੀ ਪਹੁੰਚਿਆ ਹੁੰਦਾ, ਅੰਦਰ ਹੋ ਸਕਦਾ ਸੀਗਾ। ਚਲੋ ਗੱਲ ਕਰਦੇ ਹਾਂ ਹੁਣ ਦੀਪ ਸਿੱਧੂ ਦੀ, ਕਿ ਹੁਣ ਉਹਨਾਂ ਦੇ ਕੇਸ ਦੀ। ਜੀ, ਉਹ ਵੀ ਤੁਸੀਂ ਕਿਹਾ ਕਿ ਮੈਂ ਵੀ ਅੰਦਰ ਹੁੰਦਾ, ਸ਼ਾਇਦ ਮੈਂ ਵੀ ਅੰਦਰ ਹੁੰਦਾ, ਕਿਉਂਕਿ ਕੀ ਹੁੰਦਾ ਕਿ ਜਿੱਦਾਂ ਐਕਟਰ ਹੋਇਆ ਜਾਂ ਦੀਪ ਬਾਈ ਲੀਡਰ ਸੀਗਾ, ਯੂਥ ਨੇ ਜਿੱਦਾਂ ਹੀ ਉੱਥੇ ਪਹੁੰਚਿਆ, ਤੋ ਦੀਪ ਭਾਈ ਆ ਗਏ, ਚਲੋ ਉਹਨੂੰ ਫੜ ਕੇ ਧੂ ਕੇ ਸਟੇਜ 'ਤੇ ਚੜਾਤਾ ਉਹਨੂੰ, ਤੇ ਉਹ ਸ਼ਾਇਦ ਮੈਨੂੰ ਵੀ ਚੜਾ ਦਿੰਦੇ, ਤੇ ਮੈਂ ਵੀ ਫਿਰ ਦੀਪ ਬਾਈ ਨਾਲ ਹੀ ਬੈਠਾ ਹੁੰਦਾ ਅੰਦਰ। ਤੇ ਉਹ ਸ਼ਾਇਦ ਅਗਰ ਦੀਪ ਬਾਈ ਇੰਨਾ ਫੇਮਸ ਨਾ ਹੁੰਦਾ ਤਾਂ ਸ਼ਾਇਦ ਉਹ ਵੀ ਸਟੇਜ 'ਤੇ ਨਾ ਗਿਆ ਹੁੰਦਾ। ਤੇ ਉਹ ਇੱਕ ਸਟਾਰ ਸੀਗਾ, ਇੱਕ ਮੋਰਚੇ ਦਾ ਸਟਾਰ ਸੀਗਾ, ਤੇ ਜਿੱਦਾਂ ਹੀ ਉਹਨੂੰ ਦੇਖਿਆ ਲੋਕਾਂ ਨੇ ਆ ਜਾਓ ਪਕੜੋ ਆ ਜਾਓ, ਦੀਪ ਭਾਈ ਚੱਕ ਕੇ ਉਹਨੂੰ ਸਟੇਜ 'ਤੇ ਚੜਾਤਾ। ਇਹ ਉਸ ਦੀ ਗਲਤੀ ਕਹਿ ਲਓ, ਜਦਕਿ ਉਸ ਦੇ 2 ਘੰਟੇ ਪਹਿਲਾਂ ਸ਼ਾਇਦ ਉਹ ਸਾਰਾ ਕੁਝ ਹੋ ਚੁੱਕਿਆ ਸੀਗਾ। ਇਹਨੇ ਤੇ ਕਿੰਨੇ ਸਾਰੇ ਵੀਡੀਓ ਨੇ, ਤੁਸੀਂ ਮੀਡੀਆ ਤੋਂ ਹੈਗੇ ਹੋ, ਤੁਸੀਂ ਵੀ ਸ਼ਾਇਦ ਕ੍ਰਾਈਮ ਬ੍ਰਾਂਚ, ਤੁਹਾਡਾ ਮਤਲਬ ਅਦਾਰਾ ਜਿਹੜਾ ਹੈਗਾ ਡੇਲੀ ਪੋਸਟ, ਇਹ ਵੀ ਉੱਥੇ ਵੀਡੀਓ ਦੇ ਕੇ ਆਏ ਹੋਣੇ। ਤੇ ਉੱਥੇ ਕਈ ਸਾਰੇ ਵੀਡੀਓ ਨੇ ਜਿਹਦੇ ਵਿੱਚੋਂ ਦੀ ਇਹ ਪੁਲਿਸ ਨੂੰ ਲੋਕਾਂ ਨੂੰ ਬਾਹਰ ਕੱਢ ਰਿਹਾ ਦੀਪ ਬਾਈ ਉੱਥੋਂ, ਕਿ ਚਲੋ ਬਾਹਰ ਚਲੋ, ਸਾਰਿਆਂ ਨੂੰ ਪੁਲਿਸ ਦੀ ਮਦਦ ਕਰਦੇ ਪਏ ਕਿ ਇਹ ਨਾ ਕਰੋ, ਇਹਦੇ ਵਿੱਚ ਮਤਲਬ ਕੁਝ ਹੋਰ ਪ੍ਰੋਬਲਮ ਹੋ ਸਕਦੀ ਹੈ, ਜਾਂ ਜਿੱਦਾਂ ਉਹਨੂੰ ਸਮਝ ਆਈ ਹੋਏਗੀ ਕਿ ਯਾਰ ਇਹ ਤਾਂ ਗਲਤ ਹੁੰਦਾ ਪਿਆ, ਕਿ ਇੰਨੀ ਜ਼ਿਆਦਾ ਵਾਇਲੈਂਟ ਨਾ ਹੋ ਜਾਣ ਲੋਕੀ। ਤੇ ਉਹ ਤਾਂ ਵਿਚਾਰਾ ਮਦਦ ਕਰ ਰਿਹਾ ਸੀ, ਉਹ ਸ਼ਾਮ ਤੱਕ ਉਸ ਨੂੰ ਕੁਝ ਹੋਰ ਹੀ ਬਣਾ ਦਿੱਤਾ। ਜੇਕਰ ਗੱਲ ਕਰੀਏ, ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਯੂਥ ਜਿਹੜਾ ਹੈ ਦੀਪ ਜੀ ਕਰਕੇ ਜਾਂ ਹੋਰ ਇੱਦਾਂ ਦੇ ਸੈਲੀਬ੍ਰਿਟੀ, ਤੁਸੀਂ ਜਾਂਦੇ ਹੋ, ਫਿਲਮ ਐਕਟਰ ਹੋ, ਅਤੇ ਤੁਹਾਨੂੰ ਦੇਖਣ ਲਈ ਯੂਥ ਆਉਂਦਾ ਹੈ, ਕਿਸਾਨ ਮੋਰਚੇ ਦੇ ਉਸ 'ਚ ਮਦਦ ਹੁੰਦੀ ਹੈ। ਅਤੇ ਹੁਣ ਕੀ ਲੱਗਦਾ ਹੈ ਜਦੋਂ ਦੀਪ ਸਿੱਧੂ ਜੇਲ੍ਹ 'ਚ ਨੇ,
ਤੇ ਉਹਨਾਂ ਦੇ ਖਿਲਾਫ ਵੀ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਤੁਸੀਂ ਕਹਿੰਦੇ ਹੋ, ਤੇ ਹੁਣ ਉਹਨਾਂ ਦੇ ਬਾਰੇ ਗੱਲ ਵੀ ਨਹੀਂ ਕੀਤੀ ਜਾ ਰਹੀ, ਤੇ ਜਿਹੜੀ ਸ਼ਹਾਦਤਾਂ ਹੋਈਆਂ ਉਹਦੀ ਗੱਲ ਵੀ ਨਹੀਂ ਕੀਤੀ ਜਾ ਰਹੀ। ਯੂਥ ਦਾ ਕਿੰਨਾ ਕੁ ਹੁਣ ਅਸਰ ਘਟ ਰਿਹਾ ਹੈ, ਜਾਂ ਯੂਥ ਉਸੇ ਤਰ੍ਹਾਂ ਕਿਸਾਨ ਸੰਯੁਕਤ ਮੋਰਚੇ ਦੇ ਨਾਲ ਹੈ? ਨਹੀਂ, ਤੁਸੀਂ ਆਪ ਹੁਣੇ ਸਿੰਘੂ ਤੋਂ ਹੀ ਆ ਰਹੇ ਹੋ ਤੇ ਤੁਸੀਂ ਦੇਖਿਆ ਹੀ ਹੋਣਾ ਕਿ ਉੱਥੇ ਬਹੁਤ ਯੂਥ ਤਾਂ ਘੱਟ ਹੈ। ਤੇ ਮੇਰੇ ਹਿਸਾਬ ਨਾਲ ਤਾਂ ਕਿਸਾਨ ਆਗੂਆਂ ਨੂੰ ਚਾਹੀਦਾ ਕਿ ਸਾਰਿਆਂ ਨੂੰ ਨਾਲ ਲੈ ਲੈਣ, ਭਾਵੇਂ ਲੱਖਾ ਬਾਈ ਹੈ, ਭਾਵੇਂ ਦੀਪ ਬਾਈ ਹੈ, ਜਾਂ ਜਿੰਨੇ ਵੀ ਲੋਕ ਅੰਦਰ ਹੈਗੇ ਨੇ ਜਾਂ ਜੋ ਵੀ ਨੇ। ਕਿਸ ਤਰ੍ਹਾਂ ਕਰਨਗੇ ਮੈਨੂੰ ਨਹੀਂ ਪਤਾ। ਮੈਂ ਨਹੀਂ ਕਹਿੰਦਾ ਕਿ ਉਹ ਮਾਫੀ ਮੰਗ ਲੈਣੀ ਹੈ, ਸੌਰੀ ਕਹਿਣ, ਜਾਂ ਮੈਨੂੰ ਨਹੀਂ ਪਤਾ ਕਿੱਦਾਂ ਕਹਿਣ, ਜਾਂ ਬੁਲਾ ਕੇ ਗੱਲ ਕਰ ਲੈਣ। ਵੱਡੇ ਨੇ, ਬਜ਼ੁਰਗ ਨੇ। ਜੇ ਲੱਖਾ ਬਾਈ ਵੀ ਹੋਇਆ ਉਹਨੇ ਵੀ ਜਾ ਕੇ ਪੈਰੀ ਹੱਥ ਹੀ ਲਾਣਾ, ਦੀਪ ਬਾਈ ਵੀ ਹੋਇਆ ਉਹਨੇ ਜਾ ਕੇ ਪੈਰੀ ਹੱਥ ਹੀ ਲਾਣਾ। ਭਾਵੇਂ ਮਤਭੇਦ ਹੁੰਦੇ ਹੋਣ, ਭਾਵੇਂ ਸੋਚ ਤੋਂ ਵੱਖਰੇਵੇਂ ਹੋਣ, ਪਰ ਹੈ ਤਾਂ ਬਜ਼ੁਰਗ ਹੀ। ਤੇ ਉਹ ਹੁਣ ਥਾਪੜਾ ਦੇ ਕੇ ਨਾਲ ਹੀ ਬਿਠਾ ਲੈਣ ਜਾਂ ਸਟੇਜ ਤੋਂ ਬੁਲਾ ਲੈਣ ਜਾਂ ਕੀ ਕਰਨ, ਮੈਨੂੰ ਨਹੀਂ ਪਤਾ। ਮੈਨੂੰ ਇਹ ਲੱਗਦਾ ਕਿ ਇਹ ਇਕੱਠੇ ਹੋਣੇ ਚਾਹੀਦੇ ਆ। ਲੇਕਿਨ ਇਸ ਦੀ ਸ਼ੁਰੂਆਤ ਜਿਹੜੀ ਆ ਉਹ ਕਿਸਾਨ ਆਗੂਆਂ ਤੋਂ ਹੀ ਹੋਣੀ ਹੈ, ਰਾਜੇਵਾਲ ਸਾਹਿਬ ਤੋਂ ਹੀ ਹੋਣੀ ਹੈ। ਉਹਨਾਂ ਨੂੰ ਕਰਨੀ ਚਾਹੀਦੀ ਹੈ। ਲੱਖਾ ਸਿਧਾਣਾ ਦੀ ਵੀ ਗੱਲ ਕਰ ਲਈਏ, ਵੱਡਾ ਇਕੱਠ ਕੀਤਾ ਉਹਨਾਂ ਨੇ, ਤੇ ਅੱਜ ਉਹ ਫਿਲਹਾਲ ਉਹਨਾਂ ਤੇ ਵੀ ਇਨਾਮ ਰੱਖਿਆ ਗਿਆ, ਜਿਵੇਂ ਦੀਪ ਸਿੱਧੂ ਤੇ ਇਨਾਮ ਰੱਖਿਆ ਗਿਆ। ਇਹ ਵੀ ਵੱਡੀ ਗੱਲ ਹੈ ਕਿ ਇੱਕ ਪਾਸੇ ਸਰਕਾਰੀ ਬੰਦਾ ਕਿਹਾ ਜਾਂਦਾ ਜਾਂ ਬੀਜੇਪੀ ਦਾ ਹੀ ਕਿਹਾ ਜਾਂਦਾ, ਦੂਜੇ ਪਾਸੇ ਇਹਨਾਂ ਲੋਕਾਂ ਦੇ ਉੱਤੇ ਇਨਾਮ ਰੱਖੇ ਜਾਂਦੇ ਆ। ਇਹਨੂੰ ਕਿੰਨਾ ਕੁ ਤੁਸੀਂ ਮੰਨਦੇ ਹੋ ਕਿ ਇਤਫਾਕ ਹੈ ਇਹ? ਨਹੀਂ, ਜਿਹੜਾ ਜਿੱਤੇ ਕਾਨੂੰਨ ਦੇ ਹਿਸਾਬ ਨਾਲ ਜਿੱਤੇ ਇਨਾਮ ਰੱਖਿਆ ਜਾਂਦਾ, ਉਹਨੂੰ ਫਿਰ ਪੁਲਿਸ ਉਸਦਾ ਐਨਕਾਊਂਟਰ ਵੀ ਕਰ ਸਕਦੀ ਹੈ। ਇਨਾਮ ਦਾ ਮਤਲਬ ਹੁੰਦਾ ਜਿੰਦਾ ਜਾਂ ਮੁਰਦਾ। ਤੇ ਕੱਲ੍ਹ ਨੂੰ ਅਗਰ ਦੀਪ ਬਾਈ ਚਲੋ ਅੰਦਰ ਹੈ, ਲੱਖੇ ਬਾਈ ਨਾਲ ਕੁਝ ਹੋ ਜਾਂਦਾ, ਉਹਦਾ ਜ਼ਿੰਮੇਵਾਰ ਕੌਣ ਹੋਏਗਾ? ਤਾਂ ਵੀ ਕਿਸਾਨ ਆਗੂ ਇਹੀ ਕਹਿਣਗੇ ਕਿ ਬਈ ਉਹ ਜਾਣੇ, ਲੋਕੀ ਜਾਣਨ ਸਾਡਾ ਬੰਦਾ ਨਹੀਂ ਸੀਗਾ। ਫਿਰ ਉਸ ਦੇ ਕੰਟਰੀਬਿਊਸ਼ਨ ਨੂੰ, ਉਸ ਦੇ ਯੋਗਦਾਨ ਨੂੰ ਆਪਾਂ ਫਿਰ ਇੱਦਾਂ ਹੀ ਸਾਈਡ 'ਤੇ ਕਰ ਦਿਆਂਗੇ। ਲੱਖਾ ਸਿਧਾਣਾ, ਦੀਪ ਸਿੱਧੂ ਤੇ ਹੋਰ ਜਿਹੜੇ ਆਗੂ ਹੈ, ਚਾਹੇ ਉਹ ਗਰਮ ਖਿਆਲੀ ਥੋੜ੍ਹੇ ਬਹੁਤੇ, ਤੇ ਉਹਨਾਂ ਨੂੰ ਨਾਲ ਰੱਖਣਾ ਚਾਹੀਦਾ ਕਿਸਾਨ ਆਗੂਆਂ ਨੂੰ, ਤੁਸੀਂ ਇਹ ਬੇਨਤੀ ਕਰਦੇ ਹੋ? ਸਾਰਿਆਂ ਨੂੰ ਰੱਖਣਾ ਚਾਹੀਦਾ। ਔਰ ਮੇਰੇ ਖਿਆਲ ਉਮਰ ਵਿੱਚ ਵੀ ਸਭ ਤੋਂ ਵੱਡੇ ਰਾਜੇਵਾਲ ਸਾਹਿਬ ਨੇ। ਉਹ ਕਿੱਦਾਂ ਕਰਨ, ਮੈਂ ਫਿਰ ਬੋਲਦਾ, ਉਹ ਕਿੱਦਾਂ ਕਰਨਗੇ ਪਤਾ ਨਹੀਂ। ਜੇ ਉਹ ਕਿਸੇ ਨੂੰ ਆਪਣੇ ਕੋਲ ਬੁਲਾਉਣਗੇ, ਮੀਟਿੰਗ ਸੱਦਣਗੇ, ਸਾਰੇ ਜਾਣਗੇ। ਮੈਂ ਹਾਲਾਂਕਿ ਦੀਪ ਬਾਈ ਦਾ ਸਪੋਕਸਮੈਨ ਨਹੀਂ ਹੈਗਾ, ਮੈਂ ਤਰਫੋਂ ਨਹੀਂ ਬੋਲਦਾ, ਲੇਕਿਨ ਮੈਂ ਉਸ ਦੇ ਖਿਆਲਾਤ ਨੂੰ ਜਾਣਦੇ ਹੋਏ ਕਿ ਅਗਰ ਉਹ ਬੁਲਾਉਣ ਤਾਂ ਜ਼ਰੂਰ ਜਾਏਗੇ। ਭਾਵੇਂ ਲੱਖਾ ਬਾਈ ਹੈ, ਲੱਖਾ ਬਾਈ ਨੂੰ ਮੈਂ ਬਹੁਤ ਜ਼ਿਆਦਾ ਇਹਨਾਂ ਨਹੀਂ ਮਿਲਿਆ ਹੋਇਆ, 5-7 ਵਾਰੀ ਮਿਲਿਆ ਹੋਇਆ, ਇੰਨੀ ਨੇੜਿਓਂ ਨਹੀਂ ਮੈਂ ਜਾਣਦਾ, ਲੇਕਿਨ ਇੰਨਾ ਜ਼ਰੂਰ ਹੈਗਾ ਕਿ ਅਗਰ ਲੱਖੇ ਬਾਈ ਨੂੰ ਵੀ ਉਹ ਬੁਲਾਉਣਗੇ ਤਾਂ ਉਹ ਜ਼ਰੂਰ ਜਾਏਗੇ। ਉਹ ਜਾ ਕੇ ਕੁਛ ਅਗਰ ਵੱਖਰੇਵੇਂ ਹੈਗੇ ਵੀ ਨੇ ਤਾਂ ਕਿੱਦਾਂ ਉਹ ਦੂਰ ਕਰਨਗੇ ਪਤਾ ਨਹੀਂ, ਉਹਨਾਂ ਨੂੰ ਕਰ ਲੈਣੇ ਚਾਹੀਦੇ ਆ, ਕਿਉਂਕਿ ਯੂਥ ਚਾਹੀਦਾ ਇਸ ਦੇ ਵਿੱਚ। ਇਸ ਦਾ ਜਿਹੜਾ ਪੁਰਾਣਾ ਜਲਵਾ ਸੀਗਾ ਉਹ ਵਾਪਸ ਉਸੇ ਤਰ੍ਹਾਂ ਨਾਲ ਹੋਣਾ ਚਾਹੀਦਾ। ਹੁਣ ਗੱਲ ਕਰ ਲਈਏ ਪੈਰਵਾਈ ਦੀ, ਕਿ ਕੀ ਹੁਣ ਦੀਪ ਸਿੱਧੂ ਦੀ ਕਦੋਂ ਤੱਕ ਜ਼ਮਾਨਤ ਹੋ ਜੂਗੀ ਜਾਂ ਕਦੋਂ ਤੱਕ ਵਾਪਸ ਆਉਣਗੇ? ਕਿਉਂਕਿ ਯੂਥ, ਉਹਨਾਂ ਦੇ ਫੈਨ ਤੇ ਇਸ ਕਿਸਾਨ ਅੰਦੋਲਨ ਦੇ ਵਿੱਚ ਜੁੜੇ ਹੋਏ ਉਹਨਾਂ ਦੇ ਨਾਲ ਲੋਕ ਉਹਨਾਂ ਦਾ ਇੰਤਜ਼ਾਰ ਕਰ ਰਹੇ ਹਨ। ਸੋ ਤੁਹਾਡੇ ਮੂੰਹੋਂ, ਕਿਉਂਕਿ ਤੁਸੀਂ ਸਾਰੇ ਕੇਸ ਦੀ ਪੈਰਵਾਈ ਨੂੰ ਦੇਖ ਰਹੇ ਹੋ, ਤੁਹਾਡੇ ਮੂੰਹੋਂ ਸੁਣਨਾ ਚਾਹੁੰਦੇ ਆ ਕਿ ਹੁਣ ਕੇਸ ਦਾ ਕੀ ਹਾਲਾਤ ਚੱਲ ਰਹੇ ਹਨ, ਤੇ ਕਦੋਂ ਤੱਕ ਉਹਨਾਂ ਦੀ ਜ਼ਮਾਨਤ ਹੋ ਜੂਗੀ, ਤੇ ਕਦੋਂ ਤੱਕ ਉਹ ਵਾਪਸ ਆ ਜਾਣਗੇ? ਕੇਸ ਸਾਰਾ ਮਨਦੀਪ ਭਾਜੀ ਦੇਖ ਰਹੇ। ਮਨਦੀਪ ਭਾਜੀ ਜੋ ਇਹਨਾਂ ਦੇ ਛੋਟੇ ਭਰਾ ਨੇ ਦੀਪ ਭਾਈ ਦੇ, ਔਰ ਸਿਮਰ ਬਾਈ ਉਹਨਾਂ ਦੇ ਕਜ਼ਨ ਹੈਗੇ, ਇਹ ਦੋਨੋਂ ਹੀ ਵਕੀਲ ਵੀ ਨੇ। ਤੇ ਮਨਦੀਪ ਬਾਈ ਤਾਂ ਲੁਧਿਆਣੇ ਪ੍ਰੈਕਟਿਸ ਕਰਦੇ ਆ। ਤਾਂ ਇਹ ਕੱਲ੍ਹ ਜ਼ਮਾਨਤ ਦੀ ਅਰਜ਼ੀ ਲਾਈ ਹੈ, ਕਿਉਂਕਿ ਪੁਲਿਸ ਨੇ ਹਾਲੇ ਤੱਕ ਚਾਰਜ ਸ਼ੀਟ ਜਮ੍ਹਾਂ ਨਹੀਂ ਕਰਾਈ, ਤੇ ਜਦ ਤੱਕ ਚਾਰਜ ਸ਼ੀਟ ਨਹੀਂ ਹੁੰਦੀ ਤਾਂ ਤੱਕ ਜ਼ਮਾਨਤ ਦੀ ਅਰਜ਼ੀ ਨਹੀਂ ਲਾਈ ਜਾ ਸਕਦੀ। ਲੇਕਿਨ ਇੱਕ ਅਰਜ਼ੀ ਲਾਉਣ ਦੀ ਉਹਦੇ ਕੋਲ, ਮੁਲਜ਼ਮ ਦੇ ਕੋਲ ਹੱਕ ਹੁੰਦਾ ਉਸਦਾ। ਤੇ ਇੱਕ ਅਰਜ਼ੀ ਕੱਲ੍ਹ ਲਾਈ ਹੈ, ਲੇਕਿਨ ਹੁਣ 3-4 ਦਿਨ ਕੋਰਟ ਬੰਦ ਹੈ। ਮੇਰੇ 31 ਨੂੰ ਪਤਾ ਚੱਲੇਗਾ ਕਿ ਕਿੱਦਣ ਉਸ ਦਾ ਹੁੰਦਾ। ਲੇਕਿਨ ਇਸ ਅਰਜ਼ੀ ਦਾ ਵੀ ਮੈਨੂੰ ਲੱਗਦਾ 50-50% ਉਸ ਦੇ ਚਾਂਸਸ ਹੈਗੇ ਆ ਮਿਲਣ ਦੇ। ਜੇ ਨਹੀਂ ਹੋਇਆ, ਜੇ ਨਹੀਂ ਮੰਨੀ, ਤੇ ਹੋਰ 20-25 ਦਿਨ ਨੂੰ ਪੁਲਿਸ ਉਸ ਦਾ ਚਾਰਜ ਸ਼ੀਟ ਜਮ੍ਹਾਂ ਕਰਾਏਗੀ। ਉਹ ਚਾਰਜ ਸ਼ੀਟ ਜਮ੍ਹਾਂ ਕਰਾਏਗੀ ਤਾਂ ਜਿਹੜੇ ਕੇਸ ਹੈਗਾ, ਜਿਹੜੇ ਪੁਲਿਸ ਨੇ ਧਾਰਾਵਾਂ ਲਾਈਆਂ ਨੇ, ਉਹ ਇੰਨੀਆਂ ਸਟੈਂਡ ਨਹੀਂ ਕਰਦੀਆਂ। ਜਿੱਦਾਂ ਸਭ ਤੋਂ ਜ਼ਿਆਦਾ ਵੱਡੀ ਹੈਗੀ ਹੈ 307 ਤਾਂ ਸਟੈਂਡ ਕਰਦੀ ਜੇ ਪੁਲਿਸ ਦੇ ਕਿਸੇ ਬੰਦੇ ਨੂੰ ਜਾਂ ਕਿਸੇ ਹੋਰ ਬੰਦੇ ਨੂੰ ਗੰਭੀਰ ਸੱਟਾਂ ਲੱਗੀਆਂ ਹੁੰਦੀਆਂ, ਸੀਰੀਅਸਲੀ ਇੰਜਰਡ ਹੁੰਦਾ ਕੋਈ, ਤੇ ਮਾੜੀਆਂ ਮੋਟੀਆਂ ਝਰੀਟਾਂ ਝਰਾਟਾਂ ਜਿਹੀਆਂ ਹੈਗੀਆਂ, ਤੇ ਉਸ ਦੇ ਕਰਕੇ 307 ਸਟੈਂਡ ਨਹੀਂ ਕਰਦੀ। ਜਾਂ ਹੋਰ ਜਿਹੜੀਆਂ ਧਾਰਾਵਾਂ ਨੇ, ਉਹ ਕੋਈ ਸਬੂਤ ਨਹੀਂ ਮਿਲਦਾ। ਕਿਸ ਤਰ੍ਹਾਂ ਦਾ ਪੈਸਾ ਬਾਹਰੋਂ ਨਹੀਂ ਆਇਆ, ਕਿਸੇ ਤਰ੍ਹਾਂ ਦੀ ਮਾਰ ਕੁਟਾਈ, ਕਿਸੇ ਤਰ੍ਹਾਂ ਦੇ ਭੜਕਾਊ ਭਾਸ਼ਣ ਦੀਪ ਸਿੱਧੂ ਬਾਈ ਦਾ, ਉਹ ਪੁਲਿਸ ਦੇ ਕੋਲ ਹੈਗਾ ਨਹੀਂ। ਤੇ ਮੈਨੂੰ ਲੱਗਦਾ ਨਹੀਂ ਕਿ ਉਹ ਕੇਸ ਕੋਰਟ ਸਟੈਂਡ ਕਰੇਗਾ ਤੇ ਉਹਨੂੰ ਜਲਦੀ ਜ਼ਮਾਨਤ ਮਿਲ ਜਾਏਗੀ। ਜਦੋਂ ਤੁਸੀਂ ਕਹਿੰਦੇ ਹੋ ਕਿ ਕੋਰਟ ਦੇ ਵਿੱਚ ਕੇਸ ਸਟੈਂਡ ਨਹੀਂ ਕਰੂਗਾ,
ਤੇ ਫਿਰ ਦੇਸ਼ ਦਰੋਹ ਦੀ ਗੱਲ ਕਰ ਦੇਣਾ ਜਾਂ ਫਿਰ ਇਨਾਮ ਰੱਖ ਦੇਣਾ, ਇਹ ਜਾਤੀ ਹੈ ਜਾਂ ਫਿਰ ਇਹ ਬਣਦਾ ਸੀ ਲਾ ਦੇ ਵਿੱਚ? ਨਹੀਂ, ਪੋਲੀਟੀਕਲੀ ਤਾਂ ਇਹ ਨੈਸ਼ਨਲ ਲੈਵਲ ਤੇ ਮੁੱਦਾ ਉੱਠਿਆ ਹੀ। ਤੇ ਹਾਲਾਂਕਿ ਲਾਲ ਕਿਲ੍ਹੇ ਜਾ ਕੇ ਤੁਸੀਂ ਹਿੰਦੂ ਧਰਮ ਦਾ ਝੰਡਾ ਲਾ ਦੇਣਾ ਜਾਂ ਸਿੱਖ ਧਰਮ ਦਾ ਝੰਡਾ ਲਾ ਦੇਣਾ ਕੋਈ ਗੁਨਾਹ ਥੋੜ੍ਹੀ ਹੈ। ਕੋਈ ਧਾਰਮਿਕ ਝੰਡਾ ਹੈਗਾ, ਉਸ ਦੇ ਨਾਲ ਤੁਸੀਂ ਅਗਰ ਭਗਵਾ ਝੰਡਾ ਹੋਵੇ ਜਾਂ ਕੋਈ ਵੀ ਝੰਡਾ ਹੋਵੇ, ਉਹ ਕਿਤੇ ਕਿਸੇ ਪਵਿੱਤਰ ਜਗ੍ਹਾ 'ਤੇ ਲਾਇਆ ਜਾਂਦਾ ਅਤੇ ਉਸ ਨੂੰ ਤਾਂ ਇੱਜ਼ਤ ਦੇਣੀ ਹੁੰਦੀ ਹੈ, ਇੱਜ਼ਤ ਲਾਉਣੀ ਥੋੜ੍ਹੀ ਹੁੰਦੀ ਹੈ। ਔਰ ਜਿਹੜਾ ਵੈਸੇ ਵੀ ਜਿਹੜਾ ਤਿਰੰਗਾ ਝੰਡਾ ਉੱਥੇ ਲੱਗਿਆ ਹੋਇਆ, ਮੇਨ ਜਿਹੜਾ ਤਿਰੰਗਾ ਝੰਡਾ, ਹਜ਼ਾਰਾਂ ਲੋਕ ਅੰਦਰ ਵੜ ਗਏ ਸੀ ਅਤੇ ਉਹਨੂੰ ਤਾਂ ਕਿਸੇ ਨੇ ਕੁਛ ਨਹੀਂ ਕਿਹਾ। ਕਰ ਸਕਦੇ ਸੀਗੇ, ਕੋਈ ਵੀ ਉਹਨੂੰ ਲਾ ਸਕਦਾ ਸੀ, ਲੇਕਿਨ ਨਹੀਂ ਲਾਇਆ। ਕਿਸੇ ਵੀ ਦੁਕਾਨਦਾਰ ਦੇ ਨਾਲ ਮਾਰ ਕੁਟਾਈ ਨਹੀਂ ਹੋਈ, ਕੋਈ ਲੁੱਟ ਮਾਰ ਨਹੀਂ ਹੋਈ। ਨਹੀਂ ਤਾਂ ਇਹ ਪਹਿਲੀ ਵਾਰ ਸੀ ਕਿ ਇੰਨਾ ਵੱਡਾ 26 ਜਨਵਰੀ ਵਾਲੇ ਦਿਨ ਇੰਨੇ ਲੋਕ, ਲੱਖਾਂ ਦੇ ਵਿੱਚ ਲੋਕ, ਇੰਨਾ ਸਭ ਉਥਲ ਪੁਥਲ ਹੋਈ, ਲੇਕਿਨ ਕਿਸੇ ਦੇ ਇੱਕ ਮੂੰਗਫਲੀ ਦਾ ਦਾਣਾ ਵੀ ਨਹੀਂ ਖੋਇਆ ਗਿਆ। ਨਹੀਂ, ਪਰ 400 ਦੇ ਲਗਭਗ ਕਹਿੰਦੇ ਪੁਲਿਸ ਮੁਲਾਜ਼ਮ ਘਾਇਲ ਹੋਏ। ਨਹੀਂ, ਉਹ 'ਚ ਰੀਟਾਂ 'ਚ ਰਾਟਾ ਨਹੀਂ, ਉਹ ਤਾਂ ਫਿਰ ਪੁਲਿਸ ਨੇ ਜਦੋਂ ਪਾਣਾ ਹੁੰਦਾ ਤਾਂ ਫਿਰ ਪੁਲਿਸ ਉੱਦਾਂ ਪਾਇਆ ਹੋਇਆ, ਲੇਕਿਨ ਕਿਸੇ ਨੂੰ ਵੀ ਸੀਰੀਅਸਲੀ ਇੰਜਰਡ ਨਹੀਂ ਹੈਗਾ। ਜੇ ਲੋਕਾਂ ਨੇ, ਤੁਸੀਂ ਉਸ ਸਮੇਂ ਸ਼ਾਇਦ ਉੱਥੇ ਹੀ ਸੀਗੇ, ਸਭ ਦੇਖ ਹੀ ਰਹੇ ਸੀਗੇ, ਕੋਈ ਵੀਡੀਓ ਦੇਖਿਆ ਜਿਹਦੇ ਪੁਲਿਸ ਨੂੰ ਕੁੱਟ ਰਹੇ ਹੋਣ ਲੋਕੀ? ਨਹੀਂ ਹੈਗਾ। ਉਹ ਤਾਂ ਪੁਲਿਸ ਨੇ ਜਦੋਂ ਕੇਸ ਦਰਜ ਕਰਨਾ ਹੀ ਆ, ਜਦੋਂ ਪ੍ਰਧਾਨ ਮੰਤਰੀ ਸਿੱਧਾ ਹੀ ਉਹਦੇ ਵਿੱਚ ਇਨਵੋਲਵ ਹੈ, ਹੋਮ ਮਿਨਿਸਟਰ ਉਹਦੇ ਵਿੱਚ ਇਨਵੋਲਵ ਹੈ, ਜਿਹੜੇ ਹੈ ਅਦਾਰੇ ਨੇ, ਕ੍ਰਾਈਮ ਬ੍ਰਾਂਚ ਹੈ, ਰॉ ਹੈ, ਜਾਂ ਜਿਹੜੀਆਂ NIA ਜਿਹੜੀਆਂ ਏਜੰਸੀਆਂ ਨੇ, ਇਹ ਡਾਇਰੈਕਟਲੀ ਅਮਿਤ ਸ਼ਾਹ ਦੇ ਥੱਲੇ ਨੇ, ਤਾਂ ਉਹਨਾਂ ਦੀ ਡਾਇਰੈਕਸ਼ਨ ਉੱਤੇ ਹੋਇਆ ਹੋਣਾ ਇਹ ਸਾਰਾ। ਹੁਣ ਜਲਦ ਹੀ ਦੀਪ ਸਿੱਧੂ ਆਪਣੇ ਫੈਨਸ ਦੇ ਵਿੱਚ ਆ ਜਾਣਗੇ ਵਾਪਸ ਕਿਸਾਨ ਮੋਰਚੇ ਦੇ ਵਿੱਚ, ਚਾਹੇ ਆਪਣਾ ਹੀ ਵੱਖਰਾ ਲਗਾ ਕੇ ਤੰਬੂ ਗੱਲਬਾਤ ਕਰਨਗੇ ਕਿ ਨਹੀਂ? ਨਹੀਂ, ਵਾਪਸ ਤੇ ਆ ਜਾਣਗੇ, ਲੇਕਿਨ ਕਰਨਗੇ ਕੀ ਮੈਨੂੰ ਨਹੀਂ ਪਤਾ ਕਿ ਉਸ ਨੂੰ ਕਿੰਨਾ ਦਿਲ ਟੁੱਟਿਆ, ਕਿੰਨਾ ਉਸ ਨੂੰ ਇਹ ਹੁੰਦਾ। ਪਰ ਉਸ ਦਾ ਅਜੇ ਵੀ ਜਿਹੜਾ ਕੁਐਸਚਨ ਹੁੰਦੇ ਆ ਉਹ ਕਿਸਾਨ ਮੋਰਚੇ ਵੱਲ ਨੂੰ ਹੁੰਦੇ ਆ ਕਿ ਯਾਰ ਪੰਜਾਬ ਦਾ ਦਰਦ ਤਾਂ ਨਹੀਂ ਜਾ ਸਕਦਾ ਕੋਈ, ਇਹ ਤਾਂ ਨਹੀਂ ਹੈ ਕਿ ਉਹ ਅੱਗੇ ਤੋਂ ਆ ਕੇ ਪੰਜਾਬ ਤੋਂ ਨਾਰਾਜ਼ਗੀ ਹੋਏਗੀ ਜਾਂ ਕੁਛ ਹੋਏਗਾ। ਲੇਕਿਨ ਇੰਨਾ ਮੈਂ ਬੋਲਦਾ ਕਿ ਜਿੱਦਾਂ ਬਹੁਤ ਸਾਰੇ ਲੋਕ ਉੱਤੇ ਇਲਜ਼ਾਮ ਲਾਉਂਦੇ ਕਿ ਉਹਨੇ ਇਲੈਕਸ਼ਨ ਲੜਨਾ। ਜੇ ਦੀਪ ਸਿੱਧੂ ਇਲੈਕਸ਼ਨ ਲੜੇਗਾ ਤਾਂ ਜੋ ਮਰਜ਼ੀ ਸਜ਼ਾ ਮੈਨੂੰ ਭਾਵੇਂ ਲਾ ਦਿਓ, ਨਹੀਂ ਲੜੇਗੇ। ਮੈਨੂੰ ਨਹੀਂ ਲੱਗਦਾ, ਜਿੰਨਾ ਕੁ ਮੈਂ ਉਸ ਨੂੰ ਨੇੜਿਓਂ ਵੇਖਿਆ, ਇਲੈਕਸ਼ਨ ਨਹੀਂ ਲੜੇਗੇ। ਇਲੈਕਸ਼ਨ ਦੀਪ ਸਿੱਧੂ ਵੀ ਨਹੀਂ ਲੜੇਗਾ, ਲੱਖਾ ਸਦਾਨਾ ਵੀ ਨਹੀਂ ਲੜੇਗਾ। ਕਿਸਾਨ ਜਥੇਬੰਦੀ ਕਹਿੰਦੀ ਹੈ ਕਿ ਅਸੀਂ ਨਹੀਂ। ਮੈਨੂੰ ਨਹੀਂ ਪਤਾ ਕਿ ਲੱਖਾ ਭਾਈ ਲੜੇਗਾ ਜਾਂ ਨਹੀਂ ਲੜੇਗਾ। ਮੈਨੂੰ ਮੇਰਾ ਇਹ ਮੰਨਣਾ ਹੈ ਕਿ ਇਹਨਾਂ ਨੂੰ ਲੜਨਾ ਚਾਹੀਦਾ, ਕਿ ਵਧੀਆ ਬੰਦੇ ਆਉਣੇ ਚਾਹੀਦੇ ਆ। ਆ ਜਿਹੜੇ ਚੋਰ ਚੱਕੇ ਜਿੰਨੇ ਬੈਠੇ ਹੋਏ ਨੇ, ਇਹਨਾਂ ਤੋਂ ਵਧੀਆ ਤੇ ਇਹ ਲੋਕ ਨੇ। ਪਰ ਦੀਪ ਬਾਈ ਇਲੈਕਸ਼ਨ ਨਹੀਂ ਲੜੇਗਾ, ਮੈਨੂੰ ਇਹ ਪਤਾ। ਹਾਲਾਂਕਿ ਮੈਂ ਚਾਹੁੰਦਾ ਕਿ ਉਹ ਲੜੇ, ਪਰ ਉਹ ਲੜੇਗਾ ਨਹੀਂ। ਅਗਰ ਦੀਪ ਬਾਈ ਇਲੈਕਸ਼ਨ ਲੜ ਗਿਆ, ਮੈਂ ਤੁਹਾਡੇ ਕੈਮਰੇ ਤੇ ਬੋਲਦਾ, ਮੈਂ ਦੀਪ ਬਾਈ ਦਾ ਸਾਥ ਛੱਡ ਦਿਆਂਗਾ। ਕਦੀ ਮੈਨੂੰ ਨਹੀਂ ਦੇਖੋਗੇ ਉਹਦੇ ਨਾਲ। ਫਿਰ ਮਤਲਬ ਵਿਚਾਰ ਤੁਹਾਡੇ ਜਦੋਂ ਹੋਏ ਸਾਂਝੇ ਤੇ ਉਹਦੇ ਵਿੱਚ ਸਪਸ਼ਟ ਹੋਇਆ ਕਿ ਇਲੈਕਸ਼ਨ ਨਹੀਂ ਲੜਨੇ। ਨਹੀਂ, ਮੈਂ ਇਹ ਕਹਿੰਦਾ ਕਿ ਮੈਂ ਚਾਹੁੰਦਾ ਕਿ ਉਹ ਲੜੇ, ਪਰ ਉਹ ਲੜੇਗਾ ਨਹੀਂ। ਵੈਸੇ ਦੇਖੋ, ਗੱਲ ਇਹ ਹੈ ਕਿ ਜ਼ਰੂਰੀ ਨਹੀਂ ਹੈ ਕਿ ਇਲੈਕਸ਼ਨ ਲੜ ਕੇ ਹੀ ਤੁਸੀਂ ਪਰਿਵਰਤਨ ਲਿਆ ਸਕੋ। ਪਰਿਵਰਤਨ ਤਾਂ ਹੁਣ ਵੀ ਉਹਨਾਂ ਨੇ ਲਿਆ ਹੀ ਰੱਖਿਆ। ਅੱਜ ਹਜ਼ਾਰਾਂ ਲੱਖਾਂ ਲੋਕ ਜਿਹੜੇ ਹੈ ਉਹਨਾਂ ਦੀ ਫੈਨ ਫੋਲੋਇੰਗ ਦੇ ਵਿੱਚ ਹੈ, ਉਹਨਾਂ ਨੂੰ ਪਸੰਦ ਕਰਦੇ ਹੈ। ਇੱਕ ਸੰਘਰਸ਼ ਦੇ ਲਈ, ਜੋ ਕਿ ਉਹਨਾਂ ਦਾ ਨਿੱਜੀ ਸੰਘਰਸ਼ ਨਹੀਂ ਹੈ, ਉਹਦੇ ਲਈ ਉਹ ਜੇਲ੍ਹ ਦੇ ਵਿੱਚ ਬੈਠੇ ਹੈ। ਤਸ਼ੱਦਦ ਤੁਸੀਂ ਕਹਿ ਰਹੇ ਹੋ, ਕਈ ਦਿਨ ਸੌਣ ਨਹੀਂ ਦਿੱਤਾ ਗਿਆ, ਤਸ਼ੱਦਦ ਝੇਲ ਰਹੇ ਹੈ, ਅਤੇ ਹਜੇ ਇਹ ਵੀ ਨਹੀਂ ਪਤਾ ਕਿ ਜ਼ਮਾਨਤ ਹੋ ਜਾਊਗੀ ਕਿ ਨਹੀਂ ਹੋਊਗੀ। ਸ਼ਾਇਦ ਮਹੀਨਾ ਲੱਗ ਜਾਵੇ ਜਾਂ ਲੰਬਾ ਸਮਾਂ ਲੱਗ ਜਾਵੇ। ਇੱਕ ਐਸ਼ ਆਰਾਮ ਦੀ ਜ਼ਿੰਦਗੀ, ਫਿਲਮ ਅਭਿਨੇਤਾ ਦੇ ਤੌਰ 'ਤੇ ਇੱਕ ਜ਼ਿੰਦਗੀ ਜੀਣ ਵਾਲਾ ਵਿਅਕਤੀ ਅੱਜ ਇੱਕ ਸੰਘਰਸ਼ ਕਰਕੇ ਜੇਲ੍ਹ ਭੁਗਤ ਰਿਹਾ, ਅਤੇ ਕਿਤੇ ਨਾ ਕਿਤੇ ਉਸ ਦੇ ਦਿਲ 'ਚ ਸਿਰਫ ਇਹੀ ਮਾਯੂਸੀ ਹੈ ਕਿ ਜਿਨ੍ਹਾਂ ਲਈ ਉਹ ਸੰਘਰਸ਼ ਕਰ ਰਿਹਾ ਉਹੀ ਉਸ ਨੂੰ ਗੱਦਾਰ ਕਹਿ ਕੇ ਪੁਕਾਰਦੇ ਹੈ। ਸੋ ਇਸ ਵਕਤ ਅਸੀਂ ਦਲਜੀਤ ਕਲਸੀ ਨਾਲ ਗੱਲ ਕਰ ਰਹੇ ਸੀ, ਜੋ ਖੁਦ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਨੇ, ਔਰ ਜਿਨ੍ਹਾਂ ਨਾਲ ਸੰਯੁਕਤ ਮੋਰਚੇ ਦੇ ਵਿੱਚ ਦੀਪ ਸਿੱਧੂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੇ ਹੈ। ਉਹਨਾਂ ਦਾ ਵੀ ਇਹੀ ਮੰਨਣਾ ਕਿ ਜਲਦ ਤੋਂ ਜਲਦ ਦੀਪ ਸਿੱਧੂ ਆਪਣੇ ਫੈਨਸ ਦੇ ਵਿੱਚ ਆਉਣਗੇ, ਕਿਸਾਨ ਜਿਹੜੇ ਜੁੜੇ ਹੋਏ ਆ ਉਹਨਾਂ ਦੇ ਨਾਲ, ਉਹਨਾਂ ਦੇ ਵਿੱਚ ਆਉਣਗੇ, ਅਤੇ ਅਸੀਂ ਵੀ ਇਹੀ ਦੁਆ ਕਰਦੇ ਹਾਂ ਕਿ ਜਲਦ ਤੋਂ ਜਲਦ ਉਹ ਆਉਣ, ਕਿਉਂਕਿ ਲੱਖਾਂ ਲੋਕ ਉਹਨਾਂ ਲਈ ਦੁਆਵਾਂ ਕਰ ਰਹੇ ਹੈ। ਅਖੀਰ ਦੇ ਵਿੱਚ ਉਹਨਾਂ ਦੇ ਫੈਨਸ ਲਈ ਕੀ ਕਹੋਗੇ? ਮੈਂ ਦੀਪ ਬਾਈ ਦੇ ਫੈਨ ਵਾਸਤੇ ਮੈਂ ਤਾਂ ਨਹੀਂ ਕੁਝ ਕਹਿ ਸਕਦਾ। ਦੀਪ ਬਾਈ ਬੰਦਾ, ਮੈਂ ਬੰਬੇ ਜ਼ਿਆਦਾ, ਦਿੱਲੀ ਬੰਬੇ ਜ਼ਿਆਦਾ ਰਹਿੰਦਾ ਸੀਗਾ। ਪੰਜਾਬ ਮੈਂ ਅਸਲੀ ਜਿਹੜਾ ਜੁੜਿਆ ਉਹ ਦੀਪ ਬਾਈ ਦੀ ਵਜ੍ਹਾ ਨਾਲ ਜੁੜਿਆ, ਕਿ ਉਸ ਬੰਦੇ ਦੀ ਜਿਹੜੀ ਨੌਲੇਜ ਹੈਗੀ ਆ, ਉਸ ਬੰਦੇ ਦੇ ਜਿਹੜੇ ਫਿਲੋਸਫੀ ਨੂੰ ਫੋਲੋ ਕਰਦੇ ਆ। ਮੈਂ ਗੁਰਬਾਣੀ ਨਾਲ ਵੀ ਇੰਨਾ ਜ਼ਿਆਦਾ ਜੁੜਿਆ ਹੋਇਆ ਨਹੀਂ ਸੀਗਾ, ਉਹਦੇ ਕਰਕੇ ਮੈਂ ਗੁਰਬਾਣੀ ਨਾਲ ਵੀ ਜੁੜਿਆ। ਮੈਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਲਾਈਫ ਵਿੱਚ ਬਹੁਤ ਪੋਜ਼ੀਟਿਵ ਮੇਰੇ ਬਦਲਾਵ ਦੀਪ ਬਾਈ ਕਰਕੇ ਆਏ। ਔਰ ਦੀਪ ਬਾਈ ਦਾ 2 ਤਰੀਕ ਨੂੰ ਬਰਥਡੇ ਹੈ, ਅਤੇ ਆਪਾਂ ਕੁਛ ਸ਼ਾਇਦ ਪਲਾਨ ਕਰਦੇ ਪਏ ਹਾਂ। ਮੈਂ ਅੱਜ ਸ਼ਾਮ ਤੱਕ ਪਲਾਨ ਕਰਾਂਗੇ ਕਿ ਸ਼ਾਇਦ ਬਲੱਡ ਡੋਨੇਸ਼ਨ ਕੈਂਪ ਪੂਰੇ ਪੰਜਾਬ ਦੇ ਵਿੱਚ, ਹਰਿਆਣੇ ਵਿੱਚ
ਦਿੱਲੀ ਵਿੱਚ ਲਾਉਣ ਦਾ ਪਲਾਨ ਕਰਦੇ ਪਏ ਹਾਂ। ਇੱਕ ਧੰਨਵਾਦ ਕਹਿਣ ਦੇ ਲਈ, ਥੈਂਕਸ ਗਿਵਿੰਗ ਉਹਨਾਂ ਸਾਰਿਆਂ ਲੋਕਾਂ ਦਾ ਜਿਨ੍ਹਾਂ ਦਾ ਕਿਸਾਨ ਮੋਰਚੇ ਦੇ ਵਿੱਚ ਯੋਗਦਾਨ ਹੈ, ਭਾਵੇਂ ਉਹ ਸ਼ਹੀਦੀਆਂ ਨੇ, ਭਾਵੇਂ ਜੋ ਕਿਸੇ ਨੇ ਫੇਸਬੁੱਕ 'ਤੇ ਭਾਵੇਂ ਕੋਈ ਪੋਸਟ ਵੀ ਪਾਈ ਹੈ, ਅਤੇ ਹਰ ਉਸ ਬੰਦੇ ਦਾ ਧੰਨਵਾਦ ਕਰਨ ਦੇ ਲਈ ਦੀਪ ਸਿੱਧੂ ਬਾਈ ਦੇ ਬਰਥਡੇ ਵਾਲੇ ਦਿਨ ਬਲੱਡ ਡੋਨੇਸ਼ਨ ਕੈਂਪ ਆਰਗੇਨਾਈਜ਼ ਕਰਨ ਦੀ 2 ਤਰੀਕ ਨੂੰ ਅਗਲੇ ਹਫਤੇ। ਸੋ ਇਹ ਵੀ ਇੱਕ ਸੰਦੇਸ਼ ਹੀ ਹੈ ਕਿ ਜਿਹੜੇ ਵੀ ਪਿਆਰ ਕਰਦੇ ਆ ਅਤੇ ਜਿਹੜੇ ਥੈਂਕਸ ਕਰਨਾ ਚਾਹੁੰਦੇ ਆ ਉਹਨਾਂ ਸਭ ਦਾ, ਜਿਨ੍ਹਾਂ ਨੇ ਕਿਸਾਨ ਸੰਯੁਕਤ ਮੋਰਚੇ ਦੇ ਲਈ ਆਪਣੇ ਆਪ ਜਿਹੜਾ ਹੈ ਅੱਗੇ ਹੋ ਕੇ ਸਪੋਰਟ ਕੀਤੀ ਹੈ, ਚਾਹੇ ਉਹ ਫੇਸਬੁੱਕ 'ਤੇ ਇੱਕ ਪੋਸਟ ਹੀ ਕਿਉਂ ਨਾ ਸ਼ੇਅਰ ਕੀਤੀ ਹੋਵੇ। ਉਹਨਾਂ ਸਭ ਦਾ ਧੰਨਵਾਦ ਕਰਨ ਲਈ ਦੀਪ ਸਿੱਧੂ ਦੇ ਜਨਮ ਦਿਨ 2 ਤਰੀਕ ਨੂੰ ਜਿਹੜਾ ਹੈ ਬਲੱਡ ਡੋਨੇਸ਼ਨ ਕੈਂਪ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਲੋਕਾਂ ਦੇ ਹਿੱਤ ਦੀ ਗੱਲ ਕਰਨ ਵਾਸਤੇ ਇੱਕ ਵਾਰ ਫਿਰ ਤੋਂ ਰਣਨੀਤੀ ਤੈਅ ਕੀਤੀ ਜਾਏਗੀ, ਉਹ ਤੁਹਾਨੂੰ ਤੁਹਾਡੇ ਰੂਬਰੂ ਕਰਾਂਗੇ, ਤੁਹਾਨੂੰ ਦੱਸਾਂਗੇ। ਸੋ ਇਸ ਵਕਤ ਅਸੀਂ ਗੱਲ ਕਰ ਰਹੇ ਸੀ ਦਿਲਜੀਤ ਕਲਸੀ ਦੇ ਨਾਲ, ਜੋ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਬਤੌਰ ਐਕਟਰ ਹੈ ਔਰ ਜੋ ਜਿਹੜਾ ਇਸ ਸੰਯੁਕਤ ਮੋਰਚੇ ਦੇ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਸੀ, ਦੀਪ ਸਿੱਧੂ ਦੇ ਮੋਢੇ ਨਾਲ ਮੋਢਾ ਲਾ ਕੇ ਜੁੜੇ ਹੋਏ ਸੀ। ਅਤੇ ਹੁਣ ਉਹਨਾਂ ਦਾ ਕਹਿਣਾ ਹੈ ਕਿ ਜਲਦ ਹੀ ਦੀਪ ਸਿੱਧੂ ਦੀ ਜ਼ਮਾਨਤ ਵੀ ਹੋ ਜੂਗੀ ਔਰ ਉਹ ਆਪਣੇ ਫੈਨਸ ਦੇ ਵਿੱਚ ਵਾਪਸ ਪਰਤਣਗੇ ਅਤੇ ਫਿਰ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਨਗੇ। ਕੈਮਰਾਮੈਨ ਸੰਦੀਪ ਸਿੰਘ ਤੁਰਨਾ ਦੇ ਨਾਲ ਅਨੁਰਾਗ ਸ਼ਰਮਾ, ਡੇਲੀ ਪੋਸਟ ਪੰਜਾਬੀ ਲਈ।